ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 2 ਮਾਰਚ ਹੈ, ਦਿਨ ਬੁੱਧਵਾਰ ਹੈ। ਖਬਰਾਂ ਦੇ ਵਿਸਥਾਰ ਦੇ ਵਿੱਚ ਅਸੀਂ ਤੁਹਾਨੂੰ ਅੱਜ ਦੀਆਂ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ ਜੰਗ ਵਾਲੇ ਮੁਲਕਾਂ ਦੀ ਗੱਲ ਕਰ ਲਈਏ ਤਾਂ ਅੱਜ ਰੂਸ ਦਾ ਯੂਕਰੇਨ ਤੇ ਹਮਲੇ ਦਾ 7ਵਾਂ ਦਿਨ ਹੈ। ਹਮਲਾ ਲਗਾਤਾਰ ਜਾਰੀ ਹੈ। ਬਹੁਤ ਸਾਰਾ ਨੁਕਸਾਨ ਹੋ ਚੁੱਕਿਆ ਹੈ ਤੇ ਨੁਕਸਾਨ ਕੱਲੇ ਯੂਕਰੇਨ ਦੇ ਵਿੱਚ ਨਹੀਂ ਬਲਕਿ ਦੋਵਾਂ ਮੁਲਕਾਂ ਦਾ ਹੋ ਚੁੱਕਿਆ ਹੈ। ਰੂਸ ਨੇ ਤਾਜ਼ਾ ਹਮਲਾ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਟੀਵੀ ਟਾਵਰ ਦੇ ਨੇੜੇ ਕੀਤਾ ਤੇ ਇਸ ਰੂਸੀ ਹਮਲੇ ਦੇ ਵਿੱਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ। ਯੂਕਰੇਨ ਦੇ ਗ੍ਰਹਿ ਮੰਤਰਾਲੇ ਦੇ ਮੁਤਾਬਿਕ ਟੀਵੀ ਟਾਵਰ ਤੇ ਹੋਇਆ ਧਮਾਕਾ ਰੂਸ ਦਾ ਹਮਲਾ ਹੈ। ਇਸ ਕਾਰਨ ਕੁਝ ਜਿਹੜੇ ਯੰਤਰ ਨੇ ਉਹ ਖਰਾਬ ਹੋ ਗਏ ਨੇ। ਮੰਤਰਾਲੇ ਦਾ ਕਹਿਣਾ ਹੈ ਕਿ ਟੀਵੀ ਚੈਨਲ ਕੁਝ ਸਮੇਂ ਤੱਕ ਨਹੀਂ ਚੱਲ ਸਕਣਗੇ। ਯੂਕਰੇਨ ਨੇ ਇਹ ਵੀ ਕਿਹਾ ਕਿ ਰੂਸ ਨੇ ਯਹੂਦੀਆਂ ਦੀ ਖੁਦਕੁਸ਼ੀ ਦੇ ਸਮਾਰਕ ਦੇ ਨੇੜੇ, ਉਹਨਾਂ ਦੀ ਯਾਦਗਾਰ ਦੇ ਨੇੜੇ ਸਥਿਤ ਟੀਵੀ ਟਾਵਰ ਤੇ ਹਮਲਾ ਕਰਕੇ ਬਹੁਤ ਹੀ ਘਟੀਆ ਕਾਰਵਾਈ ਕੀਤੀ ਹੈ। ਯੂਕਰੇਨ ਦੀ ਰਾਜਧਾਨੀ ਕੀਵ ਦਾ ਟੀਵੀ ਟਾਵਰ ਬੇਬਿਨ ਯਾਰ ਦੇ ਸਮਾਰਕ ਦੇ ਨੇੜੇ ਸਥਿਤ ਹੈ। ਨਾਜ਼ੀ ਜਰਮਨੀ ਦੇ ਦੌਰਾਨ ਯੂਰਪ ਦੇ ਵਿੱਚ ਯਹੂਦੀਆਂ ਦਾ ਸਭ ਤੋਂ ਵੱਡਾ ਕਤਲੇਆਮ ਸੀ, ਜਿਹੜਾ ਨਸਲਕੁਸ਼ੀ ਸੀ, ਉਸ ਦੇ ਵਿੱਚੋਂ ਇੱਕ ਬੇਬਿਨ ਯਾਰ ਦੇ ਵਿੱਚ ਹੋਇਆ ਸੀ ਤੇ ਇਸ ਥਾਂ ਤੇ ਨਸਲਕੁਸ਼ੀ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਕਈ ਯਾਦਗਾਰਾਂ ਬਣੀਆਂ ਹੋਈਆਂ ਨੇ। ਯੂਰਪੀਅਨ ਯੂਨੀਅਨ ਦੇ ਵਿੱਚ ਕੱਲ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਇੱਕ ਭਾਵੁਕ ਭਾਸ਼ਣ ਦਿੱਤਾ। ਵੀਡੀਓ ਲਿੰਕ ਦੇ ਜ਼ਰੀਏ ਉਹਨਾਂ ਨੇ ਜਦੋਂ ਭਾਸ਼ਣ ਦਿੱਤਾ ਤਾਂ ਸਾਰੇ ਜਿਹੜੇ ਸੈਸ਼ਨ ਦੇ ਵਿੱਚ ਲੋਕ ਮੌਜੂਦ ਸਨ, ਉਹਨਾਂ ਨੇ ਖੜੇ ਹੋ ਕੇ ਸਵਾਗਤ ਕੀਤਾ। ਜ਼ੈਲੈਂਸਕੀ ਨੇ ਕਿਹਾ ਕਿ ਸਾਨੂੰ ਕੋਈ ਵੀ ਤੋੜ ਨਹੀਂ ਸਕਦਾ ਕਿਉਂਕਿ ਅਸੀਂ ਯੂਕਰੇਨੀਅਨ ਹਾਂ। ਯੂਕਰੇਨ ਦੇ ਲੋਕ ਆਪਣੀ ਜ਼ਮੀਨ ਦੇ ਲਈ, ਆਪਣੀ ਆਜ਼ਾਦੀ ਦੇ ਲਈ ਤੇ ਆਪਣੀ ਜ਼ਿੰਦਗੀ ਦੇ ਲਈ ਲੜ ਰਹੇ ਨੇ। ਜ਼ੈਲੈਂਸਕੀ ਨੇ ਭਾਵੁਕ ਹੁੰਦੇ ਹੋਏ ਇਹ ਵੀ ਕਿਹਾ ਕਿ ਸਾਡੇ ਨਾਲ ਯੂਰਪੀਅਨ ਯੂਨੀਅਨ ਬਹੁਤ ਮਜ਼ਬੂਤ ਹੋਣ ਜਾ ਰਿਹਾ ਹੈ, ਇਹ ਨਿਸ਼ਚਿਤ ਹੈ, ਪਰ ਤੁਹਾਡੇ ਤੋਂ ਬਿਨਾਂ ਯੂਕਰੇਨ ਕੱਲਾ ਪੈ ਜਾਊਗਾ। ਸਾਬਿਤ ਕਰੋ ਕਿ ਤੁਸੀਂ ਸਾਡੇ ਨਾਲ ਹੋ। ਸਾਬਿਤ ਕਰੋ ਕਿ ਤੁਸੀਂ ਸਾਨੂੰ ਨਹੀਂ ਜਾਣ ਦਿਓਗੇ, ਤੁਸੀਂ ਸਾਨੂੰ ਨਹੀਂ ਮਰਨ ਦਿਓਗੇ। ਸਾਬਿਤ ਕਰੋ ਕਿ ਤੁਸੀਂ ਵਾਕਈ ਯੂਰਪੀ ਹੋ ਤੇ ਜਦੋਂ ਤੁਸੀਂ ਇਹ ਸਾਬਿਤ ਕਰ ਦੋਗੇ ਤਾਂ ਮੌਤ ਤੇ ਜੀਵਨ ਦੀ ਜਿੱਤ ਹੋਏਗੀ ਅਤੇ ਹਨੇਰੇ ਵਿੱਚੋਂ ਰੌਸ਼ਨੀ ਨਿਕਲੇਗੀ। ਉਸ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਿਲ ਸਾਰੇ ਮੈਂਬਰਾਂ ਨੇ ਖੜੇ ਹੋ ਕੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਇਸੇ ਦਰਮਿਆਨ ਜਾਣਕਾਰੀ ਮਿਲੀ ਹੈ ਕਿ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਫੋਨ ਤੇ ਗੱਲਬਾਤ ਕੀਤੀ ਹੈ। ਚੀਨ ਦੇ ਸਰਕਾਰੀ ਮੀਡੀਆ ਦੇ ਹਵਾਲੇ ਦੇ ਨਾਲ AFP ਨੇ ਲਿਖਿਆ ਕਿ ਵਾਂਗ ਨੇ ਕੁਲੇਬਾ ਨੂੰ ਕਿਹਾ ਕਿ ਉਹਨਾਂ ਨੂੰ ਹਿੰਸਾ ਤੇ ਬਹੁਤ ਦੁੱਖ ਹੈ ਤੇ ਨਾਗਰਿਕਾਂ ਦੇ ਹੋ ਰਹੇ ਨੁਕਸਾਨ ਤੇ ਸਾਡੀ ਨਜ਼ਰ ਹੈ। ਵਾਂਗ ਜੀ ਨੇ ਕਿਹਾ ਕਿ ਦੋਵੇਂ ਪੱਖਾਂ ਨੂੰ ਗੱਲਬਾਤ ਦੇ ਜ਼ਰੀਏ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਹਾਲਾਂਕਿ ਚੀਨ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਯੂਕਰੇਨ ਦੇ ਪੱਖ ਵਿੱਚ ਵੋਟ ਨਹੀਂ ਕੀਤਾ। ਚੀਨ, ਭਾਰਤ ਅਤੇ UAE 3 ਅਜਿਹੇ ਮੁਲਕ ਨੇ ਜਿਨ੍ਹਾਂ ਨੇ VOTING ਦੇ ਵਿੱਚ ਹਿੱਸਾ ਹੀ ਨਹੀਂ ਲਿਆ। ਇਸ ਦਰਮਿਆਨ ਵਰਲਡ ਬੈਂਕ, ਵਿਸ਼ਵ ਬੈਂਕ ਨੇ ਯੂਕਰੇਨ ਦੇ ਲਈ ਰਾਹਤ ਭਰਿਆ ਐਲਾਨ ਕੀਤਾ ਹੈ। ਯੂਕਰੇਨ ਨੂੰ $3 ਅਰਬ ਦੀ ਮਦਦ ਵਿਸ਼ਵ ਬੈਂਕ ਦੇ ਵੱਲੋਂ ਦਿੱਤੀ ਜਾਏਗੀ। ਵਰਲਡ ਬੈਂਕ ਗਰੁੱਪ ਅਤੇ ਕੌਮਾਂਤਰੀ ਮੁਦਰਾ ਕੋਸ਼ ਯੂਕਰੇਨ ਨੂੰ ਵਿੱਤੀ ਸਹਾਇਤਾ ਦੇਣ ਦੀ ਪੂਰੀ ਤਿਆਰੀ ਕਰ ਰਹੇ ਨੇ। $3 ਅਰਬ ਦੀ ਮਦਦ ਵਿੱਚੋਂ $35 ਕਰੋੜ ਅਗਲੇ ਹਫ਼ਤੇ ਤੱਕ ਭੇਜ ਦਿੱਤੇ ਜਾਣਗੇ। ਅਮਰੀਕੀ ਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਕਰੇਨ ਦੇ ਵਿੱਚ ਰੂਸ ਨੇ ਜੋ ਯੁੱਧ ਅਭਿਆਸ ਚਲਾਇਆ ਹੋਇਆ ਉਹ ਬਹੁਤ ਹੀ ਹੌਲਾ ਚੱਲ ਰਿਹਾ ਹੈ। ਬਹੁਤ ਹੀ ਧੀਮੀ ਗਤੀ ਦੇ ਨਾਲ ਰੂਸੀ ਫੌਜ ਅੱਗੇ ਵਧ ਰਹੀ ਹੈ ਅਤੇ ਰੂਸੀ ਫੌਜ ਦਾ ਹੌਸਲਾ ਟੁੱਟ ਰਿਹਾ ਹੈ। ਰੂਸੀ ਫੌਜ ਨੂੰ ਬਹੁਤ ਸਾਰੀਆਂ ਕਮੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪੈਂਟਾਗਨ ਨੇ ਕਿਹਾ ਕਿ 6 ਦਿਨਾਂ ਤੋਂ ਬਾਅਦ ਵੀ ਯੂਕਰੇਨ ਦੇ ਅਸਮਾਨ ਦੇ ਉੱਤੇ ਰੂਸੀ ਸੈਨਾ ਕੰਟਰੋਲ ਨਹੀਂ ਕਰ ਸਕੀ ਹੈ। ਨਾ ਹੀ ਹਾਲੇ ਤੱਕ ਕਿਸੇ ਮੁੱਖ ਸ਼ਹਿਰ ਤੇ ਰੂਸ ਦਾ ਕਬਜ਼ਾ ਹੋਇਆ। ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਦੇ ਵਿੱਚ ਫੌਜ ਦੇ ਨਾਲ-ਨਾਲ ਆਮ ਲੋਕਾਂ ਦਾ ਗੁੱਸਾ ਵੀ ਵੱਧ ਗਿਆ। ਯੂਕਰੇਨ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਆਮ ਲੋਕ ਯੁੱਧ ਲੜਨ ਦੀ ਤਿਆਰੀ ਕਰ ਰਹੇ ਨੇ। ਹਾਲਾਂਕਿ ਰੂਸੀ ਫੌਜਾਂ ਦਾ ਧਿਆਨ ਹਾਲੇ ਯੂਕਰੇਨ ਦੇ ਪਿੰਡਾਂ ਵੱਲ ਨਹੀਂ ਗਿਆ, ਖਾਸ ਕਰਕੇ ਪੱਛਮੀ ਇਲਾਕਿਆਂ ਤੇ ਪਿੰਡਾਂ ਵੱਲ। ਪਰ ਇੱਥੇ ਹਰ ਛੋਟਾ ਵੱਡਾ ਇਨਸਾਨ ਹੈ ਜਿਹੜਾ ਯੂਕਰੇਨ ਦਾ, ਉਹ ਫੌਜ ਦੇ ਨਾਲ ਲੜਨ ਦੀ ਪੂਰੀ ਤਿਆਰੀ ਕਰ ਰਿਹਾ ਹੈ। ਇੱਥੇ ਕੜਾਕੇ ਦੀ ਠੰਡ ਹੈ ਪਰ ਫਿਰ ਵੀ ਗਰਮ ਕੱਪੜਿਆਂ ਦੇ ਵਿੱਚ ਲਿਪਟੇ ਲੋਕ ਨੇ ਜਿਹੜੇ ਉਹ ਕਾਰਾਂ ਦੀ ਚੈਕਿੰਗ ਖੁਦ ਕਰ ਰਹੇ ਨੇ। ਦੂਰਬੀਨ ਰਾਹੀਂ ਰਾਹਾਂ ਤੇ ਨਜ਼ਰ ਵੀ ਰੱਖ ਰਹੇ ਨੇ। ਰੂਸ ਦੀ ਫੌਜ ਭਾਵੇਂ ਯੂਕਰੇਨ ਦੇ ਵਿੱਚ ਆਪਣੇ ਫੌਜੀਆਂ ਦੀ ਮੌਤ ਨੂੰ ਸਵੀਕਾਰ ਨਹੀਂ ਕਰ ਰਹੀ, ਪਰ ਰੂਸ ਨੇ ਆਪਣੇ ਮਾਰੇ ਗਏ ਫੌਜੀਆਂ ਦੇ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਸਥਾਨਕ ਪ੍ਰਸ਼ਾਸਨ ਨੇ ਕਿਹਾ ਹੈ ਕਿ ਮਾਰੇ ਜਾ ਰਹੇ ਰੂਸੀ ਫੌਜੀਆਂ ਦੇ ਪਰਿਵਾਰਾਂ ਨੂੰ 20 ਲੱਖ ਰੂਬਲ ਯਾਨੀ ਕਿ 15 ਲੱਖ ਭਾਰਤੀ ਰੁਪਏ ਦਿੱਤੇ ਜਾਣਗੇ। ਆਲ ਇੰਡੀਆ ਮਜਲਿਸ ਇਤਿਹਾਦ ਉਲ ਮੁਸਲਿਮੀਨ ਦੇ ਸਾਂਸਦ ਅਸਾਉਦੀਨ ਓਵੈਸੀ ਨੇ ਭਾਰਤ ਵਿੱਚ ਯੂਕਰੇਨ ਦੇ ਰਾਜਦੂਤ ਦੇ ਇੱਕ ਬਿਆਨ ਤੇ ਸਵਾਲ ਚੁੱਕੇ ਨੇ।
ਯੂਕਰੇਨ ਦੇ ਰਾਜਦੂਤ ਡਾਕਟਰ ਇਗੋਰ ਪੋਲਿਖਾ ਨੇ ਕਿਹਾ ਕਿ ਯੂਕਰੇਨ ਦੇ ਵਿੱਚ ਜੋ ਹੋ ਰਿਹਾ ਹੈ ਉਹ ਬਿਲਕੁਲ ਉਹੋ ਜਿਹਾ ਹੋ ਰਿਹਾ ਹੈ ਜਿਵੇਂ ਮੁਗਲਾਂ ਨੇ ਰਾਜਪੂਤਾਂ ਦੀ ਨਸਲਕੁਸ਼ੀ ਕੀਤੀ ਸੀ। ਅਸਾਉਦੀਨ ਓਵੈਸੀ ਨੇ ਵੀ ਉਹਨਾਂ ਦੇ ਟਵੀਟ ਤੇ ਰੀਟਵੀਟ ਕਰਦਿਆਂ ਕਿਹਾ ਕਿ ਯੂਕਰੇਨ ਦੇ ਰਾਜਦੂਤ ਮੱਧਕਾਲੀਨ ਭਾਰਤ ਬਾਰੇ ਆਪਣਾ ਅੱਧ ਕਚਰਾ ਗਿਆਨ ਆਪਣੇ ਕੋਲ ਹੀ ਰੱਖਣ। ਇਸ ਵਿੱਚ ਇਸਲਾਮੋਫੋਬੀਆ ਦੀ ਬਦਬੂ ਆਉਂਦੀ ਹੈ ਤੇ ਜੋ ਯੂਕਰੇਨ ਦੇ ਵਿੱਚ ਹੋ ਰਿਹਾ ਉਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਵੀ ਗਲਤ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਵੀ ਗੱਲਬਾਤ ਕੀਤੀ ਹੈ। ਜ਼ੈਲੈਂਸਕੀ ਨੇ ਟਵੀਟ ਕਰਕੇ ਦੱਸਿਆ ਕਿ ਯੂਕਰੇਨ ਦੀ ਫੌਜੀ ਮਦਦ ਨੂੰ ਲੈ ਕੇ ਗੱਲਬਾਤ ਹੋਈ ਹੈ। ਰੂਸ ਤੇ ਰੋਕਾਂ ਲਾਉਣ ਅਤੇ ਯੂਕਰੇਨ ਨੂੰ ਫੌਜੀ ਮਦਦ ਭੇਜਣ ਨੂੰ ਲੈ ਕੇ ਜੋ ਬਾਈਡਨ ਦੇ ਨਾਲ ਗੱਲਬਾਤ ਹੋਈ ਹੈ। ਇਸ ਹਮਲੇ ਨੂੰ ਛੇਤੀ ਰੋਕਣਾ ਹੋਵੇਗਾ। ਤੁਹਾਡੇ ਸਹਿਯੋਗ ਦੇ ਲਈ ਸ਼ੁਕਰੀਆ। ਮੰਗਲਵਾਰ ਨੂੰ ਰੂਸ ਦੇ ਰੱਖਿਆ ਮੰਤਰਾਲੇ ਨੇ ਕੀਵ ਦੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਕਿ ਰੂਸ ਕੀਵ ਦੇ ਵਿੱਚ ਆਪਣੇ ਨਿਸ਼ਾਨਿਆਂ ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ ਤੇ ਰੂਸੀ ਫੌਜੀਆਂ ਦਾ ਇੱਕ ਵੱਡਾ ਕਾਫਲਾ ਯੂਕਰੇਨ ਦੀ ਰਾਜਧਾਨੀ ਕੀਵ ਵੱਲ ਲਗਾਤਾਰ ਵਧ ਰਿਹਾ ਹੈ ਪਰ ਹਲੇ ਪਹੁੰਚ ਨਹੀਂ ਸਕਿਆ। ਤੇ ਇੱਕ ਸਭ ਤੋਂ ਵੱਡੀ ਘਟਨਾ ਜਿਹੜੀ ਵਾਪਰੀ ਉਹ ਯੂਕਰੇਨ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਦੇ ਵਿੱਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਕੱਲ ਉਹ ਖਾਣ ਪੀਣ ਦਾ ਸਮਾਨ ਲੈਣ ਦੇ ਲਈ ਆਪਣੇ ਬੰਕਰ ਵਿੱਚੋਂ ਬਾਹਰ ਨਿਕਲਿਆ ਸੀ ਤੇ ਗੋਲੀਬਾਰੀ ਦੀ ਲਪੇਟ ਦੇ ਵਿੱਚ ਆ ਗਿਆ। ਕਰਨਾਟਕਾ ਦਾ ਰਹਿਣ ਵਾਲਾ ਇਹ ਨੌਜਵਾਨ ਹੈ। ਸੰਯੁਕਤ ਰਾਸ਼ਟਰ ਦੇ ਮੁਤਾਬਿਕ ਹੁਣ ਤੱਕ 6,60,000 ਤੋਂ ਵੱਧ ਲੋਕ ਯੂਕਰੇਨ ਛੱਡ ਚੁੱਕੇ ਨੇ। ਰੂਸ ਦੇ ਸਭ ਤੋਂ ਵੱਡੇ ਅਮੀਰ ਵਿਅਕਤੀਆਂ ਦੇ ਵਿੱਚੋਂ ਇੱਕ ਮਿਖਾਇਲ ਫਰੀਡਮੈਨ ਨੇ ਕਿਹਾ ਕਿ ਯੂਕਰੇਨ ਦੇ ਨਾਲ ਚੱਲ ਰਹੀ ਜੰਗ ਛੇਤੀ ਤੋਂ ਛੇਤੀ ਰੋਕ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਦੋਵਾਂ ਮੁਲਕਾਂ ਦੇ ਲਈ ਬਹੁਤ ਦੁਖਦ ਹੈ। ਇਸ ਦਰਮਿਆਨ ਰੂਸ ਦੇ ਰੱਖਿਆ ਮੰਤਰਾਲੇ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਹੁਣ ਯੂਕਰੇਨ ਦੀ ਰਾਜਧਾਨੀ ਕੀਵ ਦੇ ਚੋਣਵੇਂ ਠਿਕਾਣਿਆਂ ਤੇ ਅਸੀਂ ਹਮਲਾ ਕਰਾਂਗੇ। ਰੂਸ ਨੇ ਕਿਹਾ ਕਿ ਅਸੀਂ ਯੂਕਰੇਨ ਦੇ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਘਰ ਛੱਡ ਕੇ ਚਲੇ ਜਾਣ ਤੇ ਇਸ ਵੱਡੇ ਹਮਲੇ ਦੇ ਖਦਸ਼ੇ ਦਰਮਿਆਨ ਭਾਰਤੀ ਸਫਾਰਤਖਾਨੇ ਨੇ ਵੀ ਕੀਵ ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਤੇ ਨਾਗਰਿਕਾਂ ਨੂੰ ਕਿਹਾ ਹੈ ਕਿ ਛੇਤੀ ਤੋਂ ਛੇਤੀ ਚਾਹੇ ਕਿਵੇਂ ਵੀ ਕੀਵ ਨੂੰ ਛੱਡ ਦਿੱਤਾ ਜਾਵੇ ਪਰ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਬੰਕਰਾਂ ਚੋਂ ਨਿਕਲ ਕੇ ਕਿਵੇਂ ਜਾਣ ਤੇ ਕਿੱਥੇ ਜਾਣ। ਤੇ ਮੰਗਲਵਾਰ ਨੂੰ ਯੂਕਰੇਨ ਦੇ ਵਿੱਚ ਭਾਰਤੀ ਵਿਦਿਆਰਥੀ ਦੀ ਗੋਲੀਬਾਰੀ ਦੇ ਵਿੱਚ ਮੌਤ ਹੋਣ ਤੋਂ ਬਾਅਦ ਹੁਣ ਉੱਥੇ ਫਸੇ ਵਿਦਿਆਰਥੀਆਂ ਦੇ ਮਾਪੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਡਰੇ ਹੋਏ ਨੇ। ਹਾਲਾਂਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਕੱਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਪੱਧਰੀ ਮੀਟਿੰਗ ਮੁੜ ਸੱਦੀ ਤੇ ਇਸ ਮੀਟਿੰਗ ਤੋਂ ਬਾਅਦ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਯੂਕਰੇਨ ਦੇ ਕੀਵ ਦੇ ਵਿੱਚੋਂ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਗੁਆਂਢੀ ਮੁਲਕਾਂ ਵੱਲ ਕੂਚ ਕਰ ਗਏ ਭਾਰਤੀ ਨਾਗਰਿਕਾਂ ਨੂੰ ਅਗਲੇ 3 ਦਿਨਾਂ ਦੇ ਵਿੱਚ 26 ਉਡਾਣਾਂ ਦੇ ਜ਼ਰੀਏ ਵਾਪਸ ਵਤਨ ਲਿਆਂਦਾ ਜਾਵੇਗਾ। ਸ਼੍ਰਿੰਗਲਾ ਨੇ ਦਾਅਵਾ ਕੀਤਾ ਕਿ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਹੁਣ ਇੱਕ ਵੀ ਭਾਰਤੀ ਨਹੀਂ ਹੈ। ਉਹਨਾਂ ਕਿਹਾ ਕਿ ਰੋਮਾਨੀਆ ਦੇ ਬੁਖਾਰੈਸਟ ਤੇ ਹੰਗਰੀ ਦੇ ਬੁਡਾਪੈਸਟ ਹਵਾਈ ਅੱਡਿਆਂ ਤੋਂ ਇਲਾਵਾ ਪੋਲੈਂਡ ਤੇ ਸਲੋਵਾਕੀਆ ਗਣਰਾਜ ਦੇ ਹਵਾਈ ਅੱਡੇ ਵੀ ਇਸ ਕੰਮ ਦੇ ਲਈ ਵਰਤੇ ਜਾਣਗੇ। ਪਰ ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪੇ ਬਹੁਤ ਗੁੱਸੇ ਨੇ, ਭਾਰਤ ਸਰਕਾਰ ਤੋਂ ਨਾਰਾਜ਼ ਨੇ ਕਿਉਂਕਿ ਉਹਨਾਂ ਨੂੰ ਆਪਣੇ ਬੱਚਿਆਂ ਦੇ ਜ਼ਰੀਏ ਜਾਣਕਾਰੀ ਮਿਲ ਰਹੀ ਹੈ ਕਿ ਅੰਬੈਸੀ ਹੈ ਜਿਹੜੀ ਉਹਨਾਂ ਦੇ ਸੰਪਰਕ ਦੇ ਵਿੱਚ ਹੀ ਨਹੀਂ ਹੈ, ਉਹਨਾਂ ਦੇ ਫੋਨ ਨਹੀਂ ਚੱਕੇ ਜਾ ਰਹੇ। ਭਾਰਤ ਸਰਕਾਰ ਤੇ ਦੋਸ਼ ਲਾਏ ਨੇ ਕਿ ਮਦਦ ਨਹੀਂ ਕੀਤੀ ਜਾ ਰਹੀ। ਤੇ ਜਿਹੜਾ ਕੱਲ ਕਰਨਾਟਕਾ ਦਾ ਵਿਦਿਆਰਥੀ ਨਵੀਨ ਸ਼ੇਖ ਰੱਪਾ ਜਿਸ ਦੀ ਮੌਤ ਹੋਈ ਹੈ ਉਸਦੇ ਪਿਤਾ ਨੇ ਵੀ ਦਾਅਵਾ ਕੀਤਾ ਕਿ ਅੰਬੈਸੀ ਨੇ ਖਾਰਕੀਵ ਵਿੱਚ ਫਸੇ ਵਿਦਿਆਰਥੀਆਂ ਦੇ ਨਾਲ ਰਾਬਤਾ ਹੀ ਨਹੀਂ ਕੀਤਾ। ਨਵੀਨ ਦੇ ਚਾਚੇ ਨੇ ਵੀ ਦਾਅਵਾ ਕੀਤਾ ਕਿ ਉਸ ਦਾ ਭਤੀਜਾ ਹੋਰਨਾਂ ਵਿਦਿਆਰਥੀਆਂ ਨਾਲ ਖਾਰਕੀਵ ਦੇ ਬੰਕਰ ਵਿੱਚ ਫਸਿਆ ਹੋਇਆ ਸੀ। ਸਵੇਰੇ ਜਦੋਂ ਕਰੰਸੀ ਬਦਲਵਾਉਣ ਤੇ ਖਾਣ ਪੀਣ ਦਾ ਸਮਾਨ ਲੈਣ ਲਈ ਬਾਹਰ ਨਿਕਲਿਆ ਤਾਂ ਗੋਲੀਬਾਰੀ ਦੀ ਜ਼ਦ ਵਿੱਚ ਆ ਗਿਆ ਤੇ ਉਹਨੇ ਫੋਨ ਤੇ ਤੜਕੇ ਹੀ ਦੱਸਿਆ ਸੀ ਕਿ ਬੰਕਰ ਵਿੱਚ ਖਾਣ ਪੀਣ ਵਾਸਤੇ ਕੁਝ ਵੀ ਨਹੀਂ ਹੈ। ਤੇ ਇਸੇ ਦਰਮਿਆਨ ਭਾਰਤੀ ਅੰਬੈਸੀ ਐਡਵਾਈਜ਼ਰੀ ਜਾਰੀ ਕਰ ਰਹੀ ਹੈ ਕਿ ਸਾਰੇ ਭਾਰਤੀ ਨਾਗਰਿਕ ਕੀਵ ਛੱਡ ਦੇਣ, ਚਾਹੇ ਜਿਵੇਂ ਮਰਜ਼ੀ ਛੱਡ ਦੇਣ, ਉਹ ਵੀ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਰੂਸੀ ਫੌਜਾਂ ਨੇ ਕੀਵ ਨੂੰ ਘੇਰਿਆ ਹੋਇਆ ਤੇ ਵਿਦਿਆਰਥੀਆਂ ਦੀ ਸੁਰੱਖਿਅਤ ਘਰ ਵਾਪਸੀ ਦੇ ਲਈ ਹਰ ਕੋਈ ਉਹਨਾਂ ਦੇ ਮਾਪਿਆਂ ਦੇ ਨਾਲ ਅਰਦਾਸਾਂ ਹੀ ਕਰ ਰਿਹਾ ਹੈ ਤੇ ਹੋਰ ਕੁਝ ਕੀਤਾ ਵੀ ਨਹੀਂ ਜਾ ਸਕਦਾ ਕਿਉਂਕਿ ਨਾ ਹੀ ਤਾਂ ਉੱਥੇ ਫਲਾਈਟਾਂ ਚੱਲਦੀਆਂ ਨੇ ਜਿਨ੍ਹਾਂ ਦੇ ਵਿੱਚ ਮਾਪੇ ਜਾ ਕੇ ਉਹਨਾਂ ਨੂੰ ਲੈ ਆਉਣ। ਸਿਰਫ ਤੇ ਸਿਰਫ ਸਰਕਾਰ ਤੋਂ ਹੁਣ ਆਸ ਹੈ ਤੇ ਉੱਥੇ ਮੌਜੂਦ ਜਿਹੜੇ ਵਿਦਿਆਰਥੀ ਨੇ ਜਾਂ ਫਿਰ ਹੋਰ ਲੋਕ ਨੇ ਭਾਰਤ ਦੇ, ਉਹ ਇਹੀ ਵਾਰੀ-ਵਾਰੀ ਸੁਨੇਹੇ ਭੇਜ ਰਹੇ ਨੇ ਜਦੋਂ ਅਸੀਂ ਫੋਨ ਤੇ ਵੀ ਗੱਲਬਾਤ ਕਰਦੇ ਹਾਂ ਕਿ ਭਾਰਤ ਸਰਕਾਰ ਤੇ ਦਬਾਅ ਬਣਾਓ, ਸਾਨੂੰ ਇੱਥੋਂ ਕੱਢਿਆ ਜਾਵੇ, ਸਾਡੇ ਨਾਲ ਅੰਬੈਸੀਆਂ ਦਾ ਕੋਈ ਸੰਪਰਕ ਨਹੀਂ ਹੈ। ਉੱਥੇ ਫਸੇ ਵਿਦਿਆਰਥੀ ਹੁਣ ਪੈਦਲ ਆਪਣੇ ਬੰਕਰਾਂ ਦੇ ਵਿੱਚੋਂ ਨਿਕਲ ਕੇ ਉਹਨਾਂ ਮੁਲਕਾਂ ਵੱਲ ਵੱਧ ਰਹੇ ਨੇ ਜਿੱਥੋਂ ਉਹਨਾਂ ਨੂੰ ਲੱਗਦਾ ਹੈ ਕਿ ਫਲਾਈਟਾਂ ਸਾਨੂੰ ਭਾਰਤ ਲੈ ਆਉਣਗੀਆਂ। ਜਲੰਧਰ ਤੇ ਕਪੂਰਥਲਾ ਦੇ 10 ਵਿਦਿਆਰਥੀਆਂ ਨੇ ਹੰਗਰੀ ਵੱਲ ਚਾਲੇ ਪਾ ਦਿੱਤੇ ਨੇ। ਕਈਆਂ ਕੋਲ ਖਾਣ ਪੀਣ ਦਾ ਸਮਾਨ ਮੁੱਕ ਗਿਆ ਹੈ ਅਤੇ ਵਾਪਸੀ ਦੀ ਰਾਹ ਹੈ ਜਿਹੜੀ ਉਹ ਖਾਲੀ ਜੇਬਾਂ ਦੇ ਨਾਲ ਵਿਦਿਆਰਥੀ ਤੱਕ ਰਹੇ ਨੇ। ਹਾਲਾਂਕਿ ਭਾਰਤ ਸਰਕਾਰ ਨੇ ਜਿਹੜੀਆਂ ਫਲਾਈਟਾਂ ਦਾ ਪ੍ਰਬੰਧ ਕੀਤਾ ਹੈ ਉਹਨਾਂ ਦੇ ਵਿੱਚ ਵਿਦਿਆਰਥੀਆਂ ਤੋਂ ਜਾਂ ਨਾਗਰਿਕਾਂ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾ ਰਿਹਾ।
ਅਤੇ ਹੁਣ ਯੂਕਰੇਨ ਦੇ ਦੋ ਵੱਡੇ ਸ਼ਹਿਰ ਖਾਰਕੀਵ ਅਤੇ ਕੀਵ ਦੇ ਵਿੱਚ ਵਿਦਿਆਰਥੀ ਨੇ ਜਿਹੜੇ ਉਹ ਬੰਕਰਾਂ ਦਾ ਸਹਾਰਾ ਲੈ ਕੇ ਹੀ ਜਿਉਂਦੇ ਬਚ ਪਾ ਰਹੇ ਨੇ। ਜ਼ੀਰਕਪੁਰ ਦੇ ਇੱਕ ਪਰਿਵਾਰ ਦਾ ਨੌਜਵਾਨ ਮਨਦੀਪ ਸਿੰਘ ਜਿਹੜਾ ਉੱਥੇ ਪੜ੍ਹਾਈ ਕਰਨ ਦੇ ਲਈ ਗਿਆ ਹੈ, ਲੋਹਗੜ੍ਹ ਪਿੰਡ ਦਾ ਰਹਿਣ ਵਾਲਾ ਹੈ। ਕੜਾਕੇ ਦੀ ਠੰਡ ਦੇ ਵਿੱਚ ਭੁੱਖਣ ਭਾਣੇ 3 ਦਿਨ ਉਹ ਪੈਦਲ ਤੁਰਦਾ ਰਿਹਾ ਅਤੇ ਪੋਲੈਂਡ ਦੀ ਹੱਦ ਤੇ ਪਹੁੰਚਿਆ ਹੈ। ਭਾਰਤੀ ਦੂਤਾਵਾਸ ਤੇ ਕੋਈ ਵੀ ਮਦਦ ਨਾ ਕਰਨ ਦਾ ਦੋਸ਼ ਇਹਨਾਂ ਨੇ ਵੀ ਲਾਇਆ ਹੈ। ਤੇ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ 2 ਪਿੰਡਾਂ ਦੀਆਂ ਲੜਕੀਆਂ ਸਮੇਤ 200 ਵਿਦਿਆਰਥੀ ਆਪਣੇ ਖਰਚੇ ਤੇ 4 ਬੱਸਾਂ ਦਾ ਪ੍ਰਬੰਧ ਕਰਕੇ 26 ਫਰਵਰੀ ਨੂੰ ਯੂਕਰੇਨ ਤੋਂ ਭਾਰਤ ਰਵਾਨਾ ਦੇ ਲਈ ਰੋਮਾਨੀਆ ਪਹੁੰਚੇ ਸੀ ਤੇ ਉਹ ਉੱਥੇ ਹੀ ਹਵਾਈ ਅੱਡੇ ਤੇ ਫਸ ਗਏ ਨੇ। ਪਿਛਲੇ 2 ਦਿਨਾਂ ਤੋਂ ਰੋਮਾਨੀਆ ਦੇ ਹਵਾਈ ਅੱਡੇ ਤੇ ਭਾਰਤੀ ਉਡਾਣ ਦਾ ਇੰਤਜ਼ਾਰ ਕਰ ਰਹੇ ਨੇ, ਪਰ ਹਾਲੇ ਤੱਕ ਕੋਈ ਵੀ ਉਡਾਣ ਉੱਥੇ ਨਹੀਂ ਪਹੁੰਚੀ। ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵਿਦਿਆਰਥੀਆਂ ਦੀ ਵਾਪਸੀ ਲਈ ਸੰਜੀਦਾ ਹੀ ਨਹੀਂ ਹੈ। ਰਾਹੁਲ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਹੈ ਕਿ ਵੋਟਾਂ ਦਾ ਖਿਆਲ ਛੱਡ ਕੇ ਹੁਣ ਤੁਸੀਂ ਇਹਨਾਂ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਤੇ ਹੀ ਸਾਰਾ ਧਿਆਨ ਕੇਂਦਰਿਤ ਕਰੋ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਦੇ ਲਈ ਵਚਨਬੱਧ ਹੈ ਤੇ ਪੰਜਾਬ ਸਰਕਾਰ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਤੇ ਹੋਰ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਪੂਰੀ ਵਾਹ ਲਾ ਰਹੀ ਹੈ। ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਨੇ ਕਿਹਾ ਕਿ ਯੂਐਨ ਦੇ ਵਿੱਚ ਵੋਟਿੰਗ ਤੋਂ ਬਾਅਦ ਯੂਕਰੇਨ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਪਰੇਸ਼ਾਨੀ ਵੱਧ ਗਈ ਹੈ ਤੇ ਰੂਸ ਯੂਕਰੇਨ ਜੰਗ ਕਾਰਨ ਰਿਫਾਈਨਡ ਤੇਲ ਦੇ ਭਾਅ ਅਸਮਾਨੀ ਚੜ੍ਹ ਗਏ ਨੇ। 150 ਤੋਂ 200 ਰੁਪਏ ਪ੍ਰਤੀ ਟੀਨ ਮਹਿੰਗਾ ਹੋ ਗਿਆ ਤੇ ਦੁੱਧ ਦੇ ਭਾਅ ਵੀ ਲਗਾਤਾਰ ਵੱਧ ਰਹੇ ਨੇ। ਅਸੀਂ ਵੀ ਯੂਕਰੇਨ ਦੇ ਵਿੱਚ ਫਸੇ ਹੋਏ ਵਿਦਿਆਰਥੀਆਂ ਦੀ ਸਹੀ ਸਲਾਮਤ ਘਰ ਵਾਪਸੀ ਦੀ ਅਰਦਾਸ ਕਰਦੇ ਹਾਂ ਤੇ ਨਾਲ ਹੀ ਇਹ ਜੰਗ ਖਤਮ ਹੋ ਜਾਵੇ, ਮੁੱਕ ਜਾਵੇ ਅਤੇ ਅਜਾਈਂ ਜਿਹੜੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਉਹ ਸਿਲਸਿਲਾ ਖਤਮ ਹੋ ਜਾਵੇ, ਇਸ ਦੀ ਵੀ ਅਰਦਾਸ ਕਰਦੇ ਹਾਂ। ਪੰਜਾਬ ਦੀਆਂ ਕੁਝ ਖਾਸ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। BBMB ਮਾਮਲੇ ਦੇ ਵਿੱਚ ਕਿਸਾਨਾਂ ਨੇ ਕੇਂਦਰ ਖਿਲਾਫ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਭਰ ਵਿੱਚ ਜ਼ਿਲ੍ਹਾ ਕੇਂਦਰਾਂ ਤੇ 5 ਤੇ 7 ਮਾਰਚ ਨੂੰ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਗਰਾਹਾਂ ਜਥੇਬੰਦੀ ਨੇ 5 ਮਾਰਚ ਅਤੇ ਪੰਜਾਬ ਕਿਸਾਨ ਯੂਨੀਅਨ ਰੁਲਦੂ ਸਿੰਘ ਦੀ ਜਥੇਬੰਦੀ ਨੇ 7 ਮਾਰਚ ਨੂੰ ਪੰਜਾਬ ਭਰ ਦੇ ਜ਼ਿਲ੍ਹਾ ਕੇਂਦਰਾਂ ਵਿੱਚ ਰੋਸ ਮੁਜ਼ਾਹਰੇ ਕਰਨ ਦਾ ਫੈਸਲਾ ਲਿਆ ਹੈ। ਆਮ ਆਦਮੀ ਪਾਰਟੀ ਨੇ ਵੀ ਜ਼ਿਲ੍ਹੇ ਦੇ ਸਾਰੇ ਡੀਸੀਆਂ ਨੂੰ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਹੈ। 2 ਮਾਰਚ ਨੂੰ ਯਾਨੀ ਕਿ ਅੱਜ ਜ਼ਿਲ੍ਹਾ ਪੱਧਰ ਤੇ ਡੀਸੀ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜੇ ਜਾਣਗੇ ਅਤੇ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਜਿਸ ਨੇ ਪੰਜਾਬ ਨਾਲ ਧੱਕਾ ਕੀਤਾ ਹੈ ਵਾਪਸ ਲੈਣ ਦੀ ਅਪੀਲ ਕੀਤੀ ਜਾਏਗੀ। ਸੁਖਬੀਰ ਬਾਦਲ ਨੇ ਵੀ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹੋਰਨਾਂ ਸੂਬਿਆਂ ਦੇ ਡਾਕਟਰ ਡੈਪੂਟੇਸ਼ਨ ਤੇ ਚੰਡੀਗੜ੍ਹ ਸੱਦਣ ਦੀ ਤਜਵੀਜ਼ ਦਾ ਵੀ ਵਿਰੋਧ ਕੀਤਾ ਹੈ, ਜਦਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਰੋਧ ਨੂੰ ਦਰਕਿਨਾਰ ਕਰਦਿਆਂ BBMB ਦੇ ਵਿੱਚ ਪੱਕੀ ਮੈਂਬਰੀ ਦੇ ਮੁੱਦੇ ਤੇ ਪੰਜਾਬ ਨੂੰ ਬਾਹਰ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ BBMB ਦੇ ਚੇਅਰਮੈਨ ਦੀ ਸੁਰੱਖਿਆ ਨੂੰ ਲੈ ਕੇ ਵੀ ਤੌਖਲੇ ਖੜੇ ਕੀਤੇ ਗਏ ਸੀ, ਪਰ ਇਹਨਾਂ ਸੁਰੱਖਿਆ ਕਾਰਨਾਂ ਨੂੰ ਵੀ ਕੇਂਦਰ ਨੇ ਨਜ਼ਰ ਅੰਦਾਜ਼ ਕਰ ਦਿੱਤਾ ਹੈ। ਕੇਂਦਰੀ ਬਿਜਲੀ ਮੰਤਰਾਲੇ ਨੇ 23 ਫਰਵਰੀ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ BBMB ਦੇ ਵਿੱਚ ਪੰਜਾਬ ਤੇ ਹਰਿਆਣਾ ਦੀ ਪੱਕੇ ਮੈਂਬਰਾਂ ਦੀ ਨੁਮਾਇੰਦਗੀ ਖਤਮ ਕੀਤੀ ਸੀ ਤੇ ਹੁਣ ਲੱਗਦਾ ਹੈ ਕਿ ਕੇਂਦਰ ਨੇ ਹੈੱਡ ਵਰਕਸਾਂ ਤੇ ਵੀ ਨਿਗਾਹ ਟਿਕਾ ਲਈ ਹੈ। ਨਵੇਂ ਤੱਥ ਸਾਹਮਣੇ ਆਏ ਨੇ ਕਿ 20 ਸਤੰਬਰ 2019 ਨੂੰ ਚੰਡੀਗੜ੍ਹ ਵਿੱਚ ਉੱਤਰੀ ਜ਼ੋਨਲ ਕੌਂਸਲ ਦੀ ਚੇਅਰਮੈਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਦੇ ਵਿੱਚ ਹੋਈ 29ਵੀਂ ਬੈਠਕ ਦੇ ਵਿੱਚ ਪੰਜਾਬ ਸਰਕਾਰ ਨੇ BBMB ਦੀ ਮੈਂਬਰੀ ਦੇ ਮੁੱਦੇ ਤੇ ਸਖਤ ਵਿਰੋਧ ਜਤਾਇਆ ਸੀ। ਮੀਟਿੰਗ ਵਿੱਚ ਪੰਜਾਬ, ਹਿਮਾਚਲ ਤੇ ਹਰਿਆਣਾ ਦੇ ਮੁੱਖ ਮੰਤਰੀ ਵੀ ਸ਼ਾਮਲ ਸਨ। ਉਦੋਂ ਇਹ ਮਾਮਲਾ ਅਣਸੁਲਝਿਆ ਰੱਖ ਲਿਆ ਗਿਆ ਸੀ ਤੇ ਹੁਣ ਕੇਂਦਰ ਸਰਕਾਰ ਨੇ ਸੂਬਿਆਂ ਦੀ ਸਹਿਮਤੀ ਤੋਂ ਬਿਨਾਂ ਹੀ ਇਹ ਨਵਾਂ ਫੈਸਲਾ ਲੈ ਲਿਆ। ਉਧਰ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਦਰਜ ਹੋਏ 54 ਦੇ ਵਿੱਚੋਂ 17 ਕੇਸ ਵਾਪਸ ਲੈਣ ਦਾ ਫੈਸਲਾ ਲੈ ਲਿਆ। ਨਤੀਜੇ ਆਉਣ ਦੇ ਵਿੱਚ ਹੁਣ 7-8 ਦਿਨ ਹੀ ਬਾਕੀ ਰਹਿ ਗਏ ਨੇ ਤੇ ਪੰਜਾਬ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ। ਹਾਲਾਂਕਿ ਬਹੁਤ ਸਾਰੇ ਉਮੀਦਵਾਰ ਆਪਣੇ ਪਰਿਵਾਰਾਂ ਦੇ ਨਾਲ ਬਾਹਰ ਘੁੰਮਣ ਗਏ ਨੇ, ਯਾਨੀ ਕਿ ਪੰਜਾਬ ਤੋਂ ਬਾਹਰ ਘੁੰਮਣ ਦੇ ਲਈ ਗਏ ਹੋਏ ਨੇ। ਸਿਆਸੀ ਜੋੜ ਤੋੜ ਨੇ ਜਿਹੜੇ ਉਹ ਵੀ ਲੱਗਣੇ ਸ਼ੁਰੂ ਹੋ ਗਏ ਨੇ। ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਮੁਕਤਸਰ ਕੋਟਕਪੂਰਾ ਰੋਡ ਤੇ ਪਿੰਡ ਵੜਿੰਗ ਦੇ ਨੇੜੇ ਜੌੜੀਆਂ ਨਹਿਰਾਂ ਦੇ ਕੋਲੇ 2 ਕਾਰਾਂ ਦੀ ਟੱਕਰ ਵਿੱਚ ਮਾਂ ਪੁੱਤ ਦੀ ਮੌਤ ਹੋ ਗਈ ਹੈ ਅਤੇ ਮਰਨ ਵਾਲੇ ਜਥੇਦਾਰ ਤੋਤਾ ਸਿੰਘ ਦੇ ਪੀਏ ਤੇ ਉਸ ਦੀ ਮਾਂ ਹਨ ਤੇ ਦੂਜੀ ਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ CM ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਦੇ ਪੀਏ ਭਗਵੰਤ ਸਿੰਘ ਸਿੱਧੂ ਸਨ ਤੇ ਪੁਲਿਸ ਨੇ ਭਗਵੰਤ ਮਾਨ ਦੇ ਪੀਏ ਭਗਵੰਤ ਸਿੰਘ ਸਿੱਧੂ ਦੇ ਖਿਲਾਫ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦਾ ਕੇਸ ਦਰਜ ਕੀਤਾ ਹੈ। ਦਰਅਸਲ ਧਰਮਕੋਟ ਦਾ ਰਹਿਣ ਵਾਲਾ ਜਗਸੀਰ ਸਿੰਘ ਆਪਣੀ ਮਾਂ, ਪਤਨੀ ਤੇ ਧੀ
ਨਾਲ ਮੁਕਤਸਰ ਸਾਹਿਬ ਆਪਣੇ ਰਿਸ਼ਤੇਦਾਰੀ 'ਚ ਨਵੇਂ ਜੰਮੇ ਬੱਚੇ ਨੂੰ ਸ਼ਗਨ ਦੇਣ ਲਈ ਪਹੁੰਚੇ ਸੀ। ਦੇਰ ਸ਼ਾਮ ਕਾਰ ਰਾਹੀਂ ਧਰਮਕੋਟ ਰਵਾਨਾ ਹੋਏ। ਜਦੋਂ ਕਾਰ ਕੋਟਕਪੂਰਾ ਰੋਡ ਤੇ ਜੌੜੀਆਂ ਨਹਿਰਾਂ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਵਰਨਾ ਕਾਰ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਵਰਨਾ ਕਾਰ ਚਲਾਉਣ ਵਾਲੇ ਭਗਵੰਤ ਮਾਨ ਦੇ ਪੀਏ ਭਗਵੰਤ ਸਿੰਘ ਨੂੰ ਵੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਰੈਫਰ ਕੀਤਾ ਗਿਆ ਹੈ। ਪੁਲਿਸ ਨੇ ਜਥੇਦਾਰ ਤੋਤਾ ਸਿੰਘ ਦੇ ਪੀਏ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਵਰਨਾ ਕਾਰ ਚਾਲਕ ਦੇ ਖਿਲਾਫ ਲਾਪਰਵਾਹੀ ਦਾ ਕੇਸ ਦਰਜ ਕੀਤਾ ਹੈ। ਵਿਵਾਦਿਤ ਕਿਤਾਬ ਦੇ ਮਸਲੇ ਤੇ ਕੱਲ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਧਰਨਾਕਾਰੀਆਂ ਦੇ ਕੋਲ ਪਹੁੰਚੇ, ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਕਈ ਦਿਨਾਂ ਤੋਂ ਬੈਠੇ ਨੇ। ਪ੍ਰਗਟ ਸਿੰਘ ਨੇ ਬਲਦੇਵ ਸਿੰਘ ਸਿਰਸਾ ਮੁਤਾਬਿਕ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਵਿਵਾਦਿਤ ਕਿਤਾਬਾਂ ਨੂੰ ਜ਼ਬਤ ਕੀਤਾ ਜਾਏਗਾ। ਜ਼ਿੰਮੇਵਾਰ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਕੁਝ ਹੋਰ ਵੱਡੀਆਂ ਤੇ ਅਹਿਮ ਖਬਰਾਂ ਦੱਸਦੇ ਹਾਂ। ਮੰਗਲਵਾਰ ਨੂੰ ਰੂਸ ਦਾ ਯੂਕਰੇਨ ਤੇ ਹਮਲੇ ਦਾ 6ਵਾਂ ਦਿਨ ਰਿਹਾ। ਯੂਕਰੇਨ ਦੇ ਵਿੱਚ ਹਾਲਾਤ ਬਹੁਤ ਹੀ ਦਰਦਮਈ ਤੇ ਭਿਆਨਕ ਬਣੇ ਹੋਏ ਨੇ। ਮੁੜ ਯੂਕਰੇਨ ਦੇ ਦੱਖਣ ਵਿੱਚ ਖੇਰਸਨ ਦੇ ਵਿੱਚ ਜ਼ਬਰਦਸਤ ਧਮਾਕਿਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲੀਆਂ। ਇਹ ਆਵਾਜ਼ਾਂ ਹਵਾਈ ਅੱਡੇ ਦੇ ਨੇੜਿਓਂ ਆਈਆਂ ਦੱਸੀਆਂ ਗਈਆਂ। ਖੇਰਸਨ ਬੰਦਰਗਾਹ ਵਾਲਾ ਸ਼ਹਿਰ ਹੈ ਜੋ ਕਿ ਦਨੀਪਰ ਨਦੀ ਤੇ ਸਥਿਤ ਹੈ। ਕ੍ਰੀਮੀਅਨ ਪ੍ਰਾਇਦੀਪ ਦੇ ਬਿਲਕੁਲ ਉੱਤਰ ਦੇ ਵਿੱਚ ਹੈ। ਐਤਵਾਰ ਨੂੰ ਮਾਸਕੋ ਨੇ ਕਿਹਾ ਸੀ ਕਿ ਉਸ ਦੀਆਂ ਫੌਜਾਂ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਤੇ ਆਖਿਰਕਾਰ ਯੂਕਰੇਨ ਦੇ ਵਿੱਚ ਹੁਣ ਉਹ ਵਾਪਰਿਆ ਜਿਸ ਦਾ ਡਰ ਸੀ। ਯੂਕਰੇਨ ਦੇ ਖਾਰਕੀਵ ਦੇ ਵਿੱਚ ਗੋਲੀਬਾਰੀ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਮੰਗਲਵਾਰ ਸਵੇਰੇ ਯੂਕਰੇਨ ਦੇ ਖਾਰਕੀਵ ਦੇ ਵਿੱਚ ਇਹ ਮੌਤ ਹੋਈ ਤੇ ਇਸ ਦੀ ਜਿਹੜੀ ਪੁਸ਼ਟੀ ਹੈ ਉਹ ਭਾਰਤੀ ਵਿਦੇਸ਼ ਮੰਤਰਾਲੇ ਨੇ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਲਿਖਿਆ ਕਿ ਡੂੰਘੇ ਦੁੱਖ ਨਾਲ ਅਸੀਂ ਪੁਸ਼ਟੀ ਕਰਦੇ ਹਾਂ ਕਿ ਮੰਗਲਵਾਰ ਸਵੇਰੇ ਖਾਰਕੀਵ ਦੇ ਵਿੱਚ ਗੋਲੀਬਾਰੀ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਮੰਤਰਾਲਾ ਉਸਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਅਸੀਂ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਵਿਦਿਆਰਥੀ ਦਾ ਨਾਮ ਨਵੀਨ ਕੁਮਾਰ ਹੈ ਤੇ ਉਹ ਕਰਨਾਟਕਾ ਦਾ ਰਹਿਣ ਵਾਲਾ ਹੈ ਤੇ ਚਿੰਤਾ ਵਾਲੀ ਖਬਰ ਜਿਹੜੀ ਇਹ ਆਈ ਹੈ, ਵੱਡੀ ਖਬਰ ਆਈ ਹੈ, ਇਸਨੇ ਭਾਰਤ ਦੇ ਵਿੱਚ ਯੂਕਰੇਨ 'ਚ ਫਸੇ ਵਿਦਿਆਰਥੀਆਂ ਦੇ ਮਾਪਿਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਨੇ। ਨਵੀਨ MBBS ਦੇ 4ਥੇ ਸਾਲ ਦਾ ਵਿਦਿਆਰਥੀ ਸੀ। ਕੁਝ ਸਮਾਨ ਲੈਣ ਦੇ ਲਈ ਇੱਕ ਦੁਕਾਨ ਦੇ ਬਾਹਰ ਲਾਈਨ 'ਚ ਲੱਗਾ ਹੋਇਆ ਸੀ। ਅਚਾਨਕ ਹੋਈ ਫਾਇਰਿੰਗ ਦੇ ਵਿੱਚ ਇਸ ਵਿਦਿਆਰਥੀ ਦੀ ਮੌਤ ਹੋ ਗਈ। ਇਸ ਗੱਲ ਦੀ ਪੁਸ਼ਟੀ ਯੂਕਰੇਨ ਦੇ ਵਿੱਚ ਰਹਿੰਦੇ ਹਰਦੀਪ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਵੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਵੀ ਫਿਰ ਦੱਸਿਆ ਕਿ ਇਹ ਨੌਜਵਾਨ ਕਰਨਾਟਕਾ ਦੇ ਰਹਿਣ ਵਾਲਾ ਸੀ। ਯੂਕਰੇਨ ਦੇ ਖਾਰਕੀਵ ਸ਼ਹਿਰ ਦੇ ਵਿੱਚ ਜਿਹੜੇ ਕਾਲਜ ਦੇ ਵਿੱਚ ਨਵੀਨ ਪੜ੍ਹਦਾ ਸੀ, ਉਸ ਕਾਲਜ ਦੇ ਨਾਲ ਸੰਬੰਧਿਤ ਡਾਕਟਰ ਕਰਨਪਾਲ ਸਿੰਘ ਸੰਧੂ ਦੇ ਨਾਲ ਸਾਡੀ ਗੱਲਬਾਤ ਹੋਈ ਹੈ। ਯੂਕਰੇਨ ਦੇ ਵਿੱਚ ਇਸ ਵਕਤ ਉਹ ਮੌਜੂਦ ਨੇ। ਉਹਨਾਂ ਨੇ ਦੱਸਿਆ ਕਿ ਯੂਕਰੇਨ ਦੇ ਵਿੱਚ ਇਸ ਵਕਤ ਕੀ ਹਾਲਾਤ ਬਣੇ ਹੋਏ ਨੇ ਤੇ ਖਾਰਕੀਵ ਦੇ ਵਿੱਚ ਇਸ ਨੌਜਵਾਨ ਦੀ ਮੌਤ ਆਖਿਰਕਾਰ ਕਿਵੇਂ ਹੋਈ ਹੈ। ਡਾਕਟਰ ਸਾਹਿਬ, ਖਾਲਸ ਟੀਵੀ ਤੋਂ ਹਰਸ਼ਰਨ ਕੌਰ ਬੋਲ ਰਹੀ ਹਾਂ ਤੇ ਜਿਹੜੀ ਇੱਕ ਨੌਜਵਾਨ ਦੀ ਮੌਤ ਹੋਈ ਹੈ ਖਾਰਕੀਵ ਦੇ ਵਿੱਚ, ਤੁਹਾਨੂੰ ਇਹਦੇ ਬਾਰੇ ਕੋਈ ਹੋਰ ਜਾਣਕਾਰੀ, ਵਧੇਰੇ ਜਾਣਕਾਰੀ ਹੈ? ਸਾਨੂੰ ਪਤਾ ਲੱਗਿਆ ਕਿ ਕਰਨਾਟਕਾ ਦਾ ਰਹਿਣ ਵਾਲਾ ਸੀ ਨੌਜਵਾਨ ਨਵੀਨ ਕੁਮਾਰ। ਹਾਂਜੀ, ਕਰਨਾਟਕਾ ਦਾ ਸੀ ਜੀ। ਮੈਂ ਤੁਹਾਨੂੰ ਜਲਦੀ ਦੱਸਣਾ, ਬਹੁਤ ਬਿਜ਼ੀ ਹੈ ਇੱਥੇ। ਹਾਂਜੀ ਹਾਂਜੀ। ਉਹਦੇ ਵਿੱਚ ਲੜਕਾ ਜਿਹੜਾ ਮੈਟਰੋ ਸਟੇਸ਼ਨ ਦੇ ਵਿੱਚ ਜਿਹੜਾ ਜਿਸ ਤਰ੍ਹਾਂ ਸ਼ੈਲਟਰ ਲੈ ਰਿਹਾ ਸੀਗਾ, ਜਿਸ ਤਰ੍ਹਾਂ ਸਟੂਡੈਂਟ ਜਿਹੜੇ ਹੋਸਟਲ 'ਚ ਨਹੀਂ ਬਾਹਰ ਮੈਟਰੋ ਦੇ ਵਿੱਚ ਜਾਂਦੇ, ਹਾਂਜੀ, ਜਦੋਂ ਸਵੇਰੇ ਕਰਫਿਊ ਖਤਮ ਹੋਇਆ ਉਸ ਟਾਈਮ ਉੱਤੇ ਜਿਹੜਾ ਜੋ ਸਾਨੂੰ ਜਿੰਨੀ ਨੌਲੇਜ ਹੈ ਹੋਇਆ ਕਿ ਉਸ ਤੋਂ ਬਾਅਦ ਜਦੋਂ ਕਰਫਿਊ ਖਤਮ ਹੋਇਆ ਤੇ ਉੱਪਰ ਜਿਹੜਾ ਆਪਣਾ ਕੁਝ ਖਾਣ ਨੂੰ ਲੈਣ ਗਿਆ ਹੈ। ਠੀਕ ਹੈ। ਤੇ ਉਹ ਲੱਗੇ ਕਿਤੇ ਬੰਬ ਡਿੱਗਿਆ ਤੇ ਉਸ ਕਰਕੇ ਜਿਹੜਾ ਡੈਥ ਹੋ ਗਈ। ਜੋ ਅਜੇ ਇਨਫੋਰਮੇਸ਼ਨ ਜੀ। ਤੇ ਡਾਕਟਰ ਸਾਹਿਬ, ਤੁਸੀਂ ਕਿੱਥੇ ਹੋ ਇਸ ਵਕਤ? ਅੰਮ੍ਰਿਤਸਰ ਹੋ ਕਿ ਯੂਕਰੇਨ ਦੇ ਵਿੱਚ ਹੋ? ਮੈਂ ਯੂਕਰੇਨ ਖਾਰਕੀਵ ਦੇ ਵਿੱਚ। ਅੱਛਾ, ਠੀਕ ਹੈ। ਤੇ ਇੱਥੋਂ ਦੇ ਕੀ ਹਾਲਾਤ ਕੀ ਨੇ ਇਸ ਵਕਤ? ਬਹੁਤ ਮਾੜੇ ਹਾਲਾਤ ਹੈ ਮੈਡਮ। ਮੈਂ ਇੱਥੇ ਜਿਹੜਾ ਹੈ ਸਟੂਡੈਂਟਸ ਦੇ ਨਾਲ ਪਿਛਲੇ ਜਦੋਂ ਦੀ ਵਾਰ ਸ਼ੁਰੂ ਹੋਈ ਹੈ ਤੇ ਨਾਲ ਹੀ ਠੀਕ ਹੈ। ਮਾੜੇ ਹਾਲਾਤ ਹੈ ਪਿਛਲੇ 2 ਦਿਨ ਤੋਂ, ਬਹੁਤ ਮਾੜੇ। ਅੱਜ ਤੇ ਵਰਸਟ ਹੈ, ਅੱਜ ਤੇ ਬਹੁਤ ਮਾੜੇ ਹਾਲਾਤ ਹੈ। ਸਵੇਰੇ ਅਸੀਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਸਟੂਡੈਂਟਸ ਰੇਲਵੇ ਸਟੇਸ਼ਨ ਤੇ। ਹਾਂਜੀ। ਤੇ ਰੇਲਵੇ ਸਟੇਸ਼ਨ ਤੇ ਪਰ ਕੁਝ ਕੱਢ ਪਾਏ ਆ। ਉਸ ਤੋਂ ਬਾਅਦ ਸ਼ੈਲਿੰਗ ਇੰਨੀ ਕੁ ਜ਼ਬਰਦਸਤ ਕਿ ਸਾਡੇ ਕੋਲ ਹੁਣ ਨਹੀਂ ਜਾਇਆ ਗਿਆ। ਡਾਕਟਰ ਸਾਹਿਬ, ਕਿੰਨੇ ਕੁ ਵਿਦਿਆਰਥੀ ਨੇ ਤੁਹਾਡੇ ਕੋਲ ਇਸ ਟਾਈਮ? ਮੇਰੇ ਕੋਲ 1300 ਸਟੂਡੈਂਟ ਹੈ ਇਸ ਟਾਈਮ ਬੰਕਰ ਦੇ ਵਿੱਚ। ਬਾਕੀ ਪੂਰੇ ਸ਼ਹਿਰ ਦੇ ਵਿੱਚ ਮੇਰੇ ਖਿਆਲ ਨਾਲ ਹੋਰ 1,500 ਤੱਕ ਹੋਰ ਸਟੂਡੈਂਟ ਹੋਏਗਾ ਜਿਹੜਾ ਨਹੀਂ ਗਿਆ ਹਜੇ ਇੱਥੇ। ਠੀਕ ਹੈ। ਕਿਉਂਕਿ ਇੱਥੋਂ ਜਿਹੜਾ ਆ ਇੱਥੋਂ ਪੋਲੈਂਡ ਜਾਂ ਹੰਗਰੀ ਜਾਣਾ ਬਹੁਤ ਮੁਸ਼ਕਿਲ ਹੋਇਆ ਪਿਆ। ਅੱਜ ਕੁਝ ਸਟੂਡੈਂਟ ਨੇ ਟ੍ਰੇਨ ਬੋਰਡ ਕੀਤੀ ਹੈ। ਠੀਕ ਹੈ। ਇੰਡੀਅਨ ਗਵਰਨਮੈਂਟ ਨੂੰ ਪਲੀਜ਼ ਤੁਸੀਂ ਰਿਕੁਐਸਟ ਕਰੋ ਕਿ ਜੇ ਕੁਝ ਹੋਰ ਨਹੀਂ ਹੋ ਰਿਹਾ ਤੇ ਸਾਨੂੰ ਇੱਕ ਟ੍ਰੇਨ ਇੱਥੇ ਜੇ ਪ੍ਰੋਵਾਈਡ ਕਰਤੀ ਜਾਏ ਜਾਂ ਐਕਸਟਰਾ ਬੋਗੀਜ਼ ਪ੍ਰੋਵਾਈਡ ਕਰਦੇ ਜਾਣ, ਅਸੀਂ ਕਿਸ ਤਰ੍ਹਾਂ ਫਿਰ ਰਿਸਕ ਲੈ ਕੇ ਸਟੇਸ਼ਨ ਤੱਕ ਪਹੁੰਚੀਏ। ਜੀ ਜੀ, ਬਿਲਕੁਲ। ਅਸੀਂ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਕਰਕੇ ਅਸੀਂ ਫੂਡ ਹਰ ਇੱਕ ਚੀਜ਼ ਬੱਚਿਆਂ ਨੂੰ ਪ੍ਰੋਵਾਈਡ ਕਰਾ ਰਹੇ, ਅੱਜ ਵੀ ਕਰਾਵਾਂਗੇ। ਪਰ ਅੱਜ ਸਾਡੇ ਕੋਲ ਜਿਹੜਾ ਹੁਣ ਇਸ ਤੋਂ ਬਾਅਦ ਬਾਹਰ ਖਾਣਾ ਲੈਣ ਜਾਣ ਦੀ ਥੋੜੀ ਮੁਸ਼ਕਿਲ ਹੋਈ ਪਈ। ਠੀਕ ਹੈ। ਜੇ ਥੋੜਾ ਜਿਹਾ ਨਾਰਮਲ ਹੁੰਦਾ ਤੇ ਡਾਕਟਰ ਸਾਹਿਬ ਜੀ, ਜੋ ਖਬਰਾਂ ਮਿਲ ਰਹੀਆਂ ਨੇ ਕਿ ਖਾਰਕੀਵ ਦੇ ਵਿੱਚ ਵੀ ਪੂਰੀ ਫੌਜ ਹੈ ਜਿਹੜੀ ਰੂਸੀ ਫੌਜ ਦਾਖਲ ਹੋ ਚੁੱਕੀ ਹੈ, ਇਹ ਸਹੀ ਨੇ ਖਬਰਾਂ? ਦੇਖੋ ਮੈਮ, ਇਸ ਟਾਈਮ ਦੇ ਵਿੱਚ ਮੈਂ ਕੱਲ ਤੱਕ
ਤੇ ਕੱਲ ਸ਼ਾਮ ਤੱਕ ਤੇ ਮੈਂ ਸਿਟੀ ਦੇ ਵਿੱਚ ਮੈਟਰੋਜ਼ 'ਚ ਬੱਚਿਆਂ ਨੂੰ ਜਦੋਂ ਖਾਣਾ ਵਗੈਰਾ ਦੇਣ ਜਾਂਦਾ ਸੀਗਾ ਤੇ ਉਸ ਟਾਈਮ ਤੱਕ ਤੇ ਰਸ਼ੀਅਨ ਫੋਰਸਿਸ ਨਹੀਂ ਸੀਗੀਆਂ ਜੀ ਰਾਈਟ ਨਾਓ ਕੀ ਸਿਨੈਰੀਓ ਆ ਆਈ ਡੋਨਟ ਨੋ ਠੀਕ ਹੈ ਤੁਸੀਂ ਅੰਦਰ ਬੰਕਰ ਦੇ ਵਿੱਚ ਓਕੇ ਮੈਮ ਮੈਂ ਬਾਅਦ ਚ ਕਰ ਜੀ ਸੋ ਡਾਕਟਰ ਕਰਨਪਾਲ ਸਿੰਘ ਸੰਧੂ ਨੂੰ ਤੁਸੀਂ ਸੁਣਿਆ ਹੈ ਉਹ ਕਹਿ ਰਹੇ ਨੇ ਕਿ ਭਾਰਤ ਸਰਕਾਰ ਨੂੰ ਅਪੀਲ ਕਰੋ ਸਾਨੂੰ ਇੱਥੋਂ ਕੱਢਿਆ ਜਾਵੇ ਉਹ ਕਹਿੰਦੇ ਨੇ ਕਿ ਐਡਵਾਈਜ਼ਰੀਜ਼ ਜਾਰੀ ਹੋ ਰਹੀਆਂ ਨੇ ਸਾਨੂੰ ਕਿਹਾ ਜਾ ਰਿਹਾ ਸਰਹੱਦਾਂ ਤੱਕ ਪਹੁੰਚੋ ਰੇਲਵੇ ਸਟੇਸ਼ਨਾਂ ਤੱਕ ਪਹੁੰਚੋ ਪਰ ਉੱਥੋਂ ਤੱਕ ਪਹੁੰਚੀਏ ਤਾਂ ਪਹੁੰਚੀਏ ਕਿਵੇਂ ਕਿਉਂਕਿ ਜਿਹੜਾ ਇਹ ਨੌਜਵਾਨ ਸੀ ਉਹ ਕੁਝ ਕੁ ਮੀਟਰ ਦੀ ਦੂਰੀ ਤੇ ਦੁਕਾਨ ਤੋਂ ਆਪਦੇ ਖਾਣ ਪੀਣ ਦੇ ਲਈ ਕੁਝ ਲੈਣ ਗਿਆ ਸੀ ਪਰ ਸ਼ਾਇਦ ਉਸ ਨੂੰ ਮੌਤ ਬੁਲਾ ਕੇ ਲੈ ਗਈ ਸੀ ਤੇ ਇੰਨੇ ਕੁ ਮੀਟਰ ਦੀ ਦੂਰੀ ਤੱਕ ਤੁਰ ਨਹੀਂ ਸਕਦੇ ਹੈਗੇ ਕਿੰਨਾ ਹਾਲਾਤਾਂ ਦੇ ਵਿੱਚ ਲੋਕ ਬੰਕਰਾਂ ਦੇ ਵਿੱਚ ਉੱਥੇ ਰਹਿ ਰਹੇ ਨੇ ਤੇ ਉਹ ਸਰਹੱਦਾਂ ਤੱਕ ਪਹੁੰਚਣਗੇ ਕਿਵੇਂ ਕਿੰਨੇ ਕਿਲੋਮੀਟਰ ਦੂਰ ਇਹ ਸਰਹੱਦਾਂ ਹੈਗੀਆਂ ਨੇ ਡਾਕਟਰ ਕਰਨਪਾਲ ਸਿੰਘ ਸੰਧੂ ਜਿਹੜੇ ਖਾਰਕੀਵ ਦੇ ਵਿੱਚ ਮੌਜੂਦ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਅਤੇ ਇਹ CEO ਹੈਗੇ ਨੇ ਐਜੂਪੀਡੀਆ ਓਵਰਸੀਜ਼ ਦੇ ਜਿਹੜੀ ਕਿ ਯੂਕਰੇਨ ਦੇ ਵਿੱਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ ਕਰਵਾਉਣ ਵਾਲੀ ਇੱਕ ਏਜੰਸੀ ਹੈ ਉਧਰ ਕਰਨਾਟਕਾ ਦੇ ਮੁੱਖ ਮੰਤਰੀ ਦਫ਼ਤਰ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਯੂਕਰੇਨ ਦੇ ਵਿੱਚ ਖਾਰਕੀਵ ਦੇ ਵਿੱਚ ਜਿਹੜੇ ਭਾਰਤੀ ਵਿਦਿਆਰਥੀ ਦੀ ਮੌਤ ਹੋਈ ਹੈ ਉਹ ਕਰਨਾਟਕਾ ਦਾ ਰਹਿਣ ਵਾਲਾ ਸੀ ਮੁੱਖ ਮੰਤਰੀ ਬਾਸਵਰਾਜ ਬੋਮਈ ਨੇ ਹਾਵੇਰੀ ਜ਼ਿਲ੍ਹੇ ਦੇ ਰਹਿਣ ਵਾਲੇ ਨਵੀਨ ਸ਼ੇਖਰੱਪਾ ਦੇ ਪਿਤਾ ਨਾਲ ਗੱਲਬਾਤ ਵੀ ਕੀਤੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਨਵੀਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਏਗੀ ਮੁੱਖ ਮੰਤਰੀ ਬੋਮਈ ਨੇ ਜਾਣਕਾਰੀ ਦਿੱਤੀ ਹੈ ਕਿ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਇਸ ਮੁੱਦੇ ਤੇ ਗੱਲਬਾਤ ਚੱਲ ਰਹੀ ਹੈ ਕਾਂਗਰਸ ਦੇ ਸਾਂਸਦ ਅਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਅਧੀਰ ਰੰਜਨ ਚੌਧਰੀ ਨੇ ਵੀ ਭਾਰਤੀ ਵਿਦਿਆਰਥੀ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਚੋਣਾਂ ਦੀ ਬਜਾਏ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਤੇ ਆਪਣਾ ਧਿਆਨ ਕੇਂਦਰਿਤ ਕਰਨ ਅਧੀਰ ਰੰਜਨ ਚੌਧਰੀ ਨੇ ਟਵੀਟ ਕੀਤਾ ਹੈ ਕਿ ਯੂਕਰੇਨ ਦੇ ਵਿੱਚ ਭਾਰਤੀ ਵਿਦਿਆਰਥੀ ਦੀ ਦਿਲ ਦਹਿਲਾ ਦੇਣ ਵਾਲੀ ਮੌਤ ਦੀ ਘਟਨਾ ਦੇ ਨਾਲ ਮੈਂ ਬਹੁਤ ਦੁਖੀ ਹਾਂ ਨਰਿੰਦਰ ਮੋਦੀ ਜੀ ਨੂੰ ਚੋਣਾਂ ਦੀ ਬਜਾਏ ਯੁੱਧਗ੍ਰਸਤ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਤੇ ਆਪਣਾ ਪੂਰਾ ਧਿਆਨ ਪੂਰੀ ਕੋਸ਼ਿਸ਼ ਲਾਉਣੀ ਚਾਹੀਦੀ ਹੈ ਇਸੇ ਦਰਮਿਆਨ ਚਿੰਤਾ ਵਾਲੀਆਂ ਖਬਰਾਂ ਇਹ ਨੇ ਕਿ ਰਾਜਧਾਨੀ ਕੀਵ ਤੇ ਰੂਸ ਹੈ ਜਿਹੜਾ ਉਹ ਵੱਡੇ ਹਮਲੇ ਦੀ ਤਿਆਰੀ ਕਰ ਰਿਹਾ ਹੈ ਸੈਟੇਲਾਈਟ ਤਸਵੀਰਾਂ ਜਾਰੀ ਹੋਈਆਂ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਰੂਸੀ ਫੌਜ ਦਾ 40 ਮੀਲ ਲੰਬਾ ਕਾਫਲਾ ਯੂਕਰੇਨ ਦੀ ਰਾਜਧਾਨੀ ਕੀਵ ਵੱਲ ਵਧ ਰਿਹਾ ਸੀ ਤਸਵੀਰਾਂ ਜਾਰੀ ਕਰਨ ਵਾਲੀ ਸੈਟੇਲਾਈਟ ਇਮੇਜਿੰਗ ਕੰਪਨੀ ਮੈਕਸ ਟੈਕਨੋਲੋਜੀ ਦੇ ਮੁਤਾਬਿਕ ਇਸ ਕਾਫਲੇ ਦੇ ਵਿੱਚ ਸੈਂਕੜੇ ਬਖਤਰਬੰਦ ਵਾਹਨ ਟੈਂਕ ਤੋਪਖਾਨੇ ਤੇ ਹੋਰ ਸਮਾਨ ਲੈ ਕੇ ਚੱਲਣ ਵਾਲੇ ਵਾਹਨ ਸ਼ਾਮਿਲ ਨੇ ਕੀਵ ਦੇ ਵਿੱਚ ਭਾਰਤੀ ਦੂਤਘਰ ਦੇ ਅਧਿਕਾਰਿਤ ਹੈਂਡਲ ਤੇ ਟਵੀਟ ਕਰਕੇ ਭਾਰਤੀਆਂ ਨੂੰ ਕਿਹਾ ਗਿਆ ਕਿ ਚਾਹੇ ਤੁਹਾਨੂੰ ਰੇਲਾਂ ਮਿਲਦੀਆਂ ਜਾਂ ਕੋਈ ਵੀ ਸਾਧਨ ਮਿਲਦਾ ਜਿਹੜੇ ਵੀ ਸਾਧਨ ਤੇ ਤੁਸੀਂ ਜਾ ਸਕਦੇ ਹੋ ਉਹਨਾਂ ਸਾਧਨਾਂ ਦੇ ਰਾਹੀਂ ਤੁਸੀਂ ਕੀਵ ਨੂੰ ਛੱਡ ਦਿਓ ਇਸ ਸ਼ਹਿਰ ਨੂੰ ਛੱਡ ਦਿਓ ਪਰ ਇਸ ਸਲਾਹ ਤੋਂ ਬਾਅਦ ਵਿਦਿਆਰਥੀਆਂ ਦਾ ਉਹੀ ਸਭ ਤੋਂ ਵੱਡਾ ਸਵਾਲ ਸਭ ਦੇ ਸਾਹਮਣੇ ਹੈ ਭਾਰਤ ਸਰਕਾਰ ਨੂੰ ਹੈ ਕਿ ਅਸੀਂ ਉੱਥੋਂ ਨਿਕਲੀਏ ਤਾਂ ਕਿਵੇਂ ਨਿਕਲੀਏ ਕੀਵ ਸ਼ਹਿਰ ਨੂੰ ਛੱਡੀਏ ਤਾਂ ਕਿਵੇਂ ਛੱਡੀਏ ਇਸੇ ਦਰਮਿਆਨ ਕੀਵ ਦੇ ਇੱਕ ਹਸਪਤਾਲ ਤੋਂ ਕੁਝ ਬੱਚਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚੋਂ ਕੁਝ ਬੱਚੇ ਕੈਂਸਰ ਦੇ ਮਰੀਜ਼ ਨੇ ਤੇ ਉਹਨਾਂ ਦਾ ਇਲਾਜ ਹੁਣ ਹਸਪਤਾਲ ਦੀ ਬੇਸਮੈਂਟ ਦੇ ਵਿੱਚ ਕੀਤਾ ਜਾ ਰਿਹਾ ਹੈ ਰੂਸੀ ਫੌਜੀਆਂ ਦੀ ਗੋਲੀਬਾਰੀ ਤੋਂ ਬਚਣ ਦੇ ਲਈ ਬੇਸਮੈਂਟ ਨੂੰ ਅਸਥਾਈ ਬੰਬ ਸ਼ੈਲਟਰ ਤੇ ਬਾਲ ਰੋਗ ਵਿਭਾਗ ਦੇ ਵਿੱਚ ਬਦਲਣਾ ਪਿਆ ਹੈ ਤੇ ਬੱਚਿਆਂ ਨੂੰ ਹੁਣ ਬੇਸਮੈਂਟ ਦੇ ਵਿੱਚ ਲਿਜਾ ਕੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਯੂਕਰੇਨ ਦੇ ਵਿੱਚ ਫਸੇ 182 ਹੋਰ ਭਾਰਤੀ ਨਾਗਰਿਕਾਂ ਨੂੰ ਲੈ ਕੇ 에ਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਮੰਗਲਵਾਰ ਸਵੇਰੇ ਮੁੰਬਈ ਪਹੁੰਚਿਆ 에ਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਬੁਖਾਰੈਸਟ ਤੋਂ ਕੁਵੈਤ ਦੇ ਰਾਹੀਂ 에ਅਰ ਇੰਡੀਆ ਐਕਸਪ੍ਰੈਸ ਦੀ ਉਡਾਨ ਸਵੇਰੇ 7:40 ਵਜੇ ਮੁੰਬਈ ਪਹੁੰਚੀ ਇਹ ਜਹਾਜ਼ ਸੋਮਵਾਰ ਨੂੰ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਦੇ ਲਈ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੁਖਾਰੈਸਟ ਦੇ ਲਈ ਰਵਾਨਾ ਹੋਇਆ ਸੀ ਤੇ ਭਾਰਤ ਸਰਕਾਰ ਆਪਰੇਸ਼ਨ ਗੰਗਾ ਦੇ ਤਹਿਤ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣ ਦੇ ਵਿੱਚ ਜੁਟੀ ਹੋਈ ਹੈ ਪਰ ਹਾਲੇ ਤੱਕ 2000 ਤੱਕ ਗਿਣਤੀ ਵੀ ਨਹੀਂ ਪਹੁੰਚੀ ਹੈ ਜਦਕਿ ਵਿਦਿਆਰਥੀਆਂ ਤੇ ਨਾਗਰਿਕਾਂ ਦੀ ਕੁੱਲ ਗਿਣਤੀ 20000 ਹੈ ਜਿਨ੍ਹਾਂ ਦੇ ਵਿੱਚੋਂ ਕਰੀਬ 1500 ਨਾਗਰਿਕ ਹਾਲੇ ਭਾਰਤ ਵਾਪਸ ਆ ਸਕੇ ਨੇ ਇਸੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਵਾਈ ਫੌਜ ਨੂੰ ਬਚਾਅ ਮੁਹਿੰਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਗਿਆ ਹੈ ਭਾਰਤੀ ਹਵਾਈ ਫੌਜ ਦੇ ਇਸ ਮੁਹਿੰਮ ਦੇ ਨਾਲ ਜੁੜਨ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਘੱਟ ਸਮੇਂ ਦੇ ਵਿੱਚ ਭਾਰਤ ਲਿਆਂਦਾ ਜਾ ਸਕੇਗਾ ਮਨੁੱਖੀ ਸਹਾਇਤਾ ਪਹੁੰਚਾਉਣ ਦੇ ਵਿੱਚ ਵੀ ਸੌਖ ਹੋਵੇਗੀ ਭਾਰਤੀ ਹਵਾਈ ਫੌਜ ਮੰਗਲਵਾਰ ਤੋਂ ਆਪਰੇਸ਼ਨ ਗੰਗਾ ਦੇ ਵਿੱਚ ਆਪਣੇ C-17 ਜਹਾਜ਼ਾਂ ਨੂੰ ਸ਼ਾਮਿਲ ਕਰੇਗੀ ਇਸ ਦੇ ਨਾਲ ਹੀ ਸਪਾਈਸ ਜੈਟ ਯੂਕਰੇਨ ਦੇ ਵਿੱਚ ਫਸੇ ਲੋਕਾਂ ਨੂੰ ਵਾਪਸ ਲਿਆਉਣ ਦੇ ਲਈ ਮੰਗਲਵਾਰ ਨੂੰ ਸਲੋਵਾਕੀਆ ਤੇ ਕੁਸਾਈਸ ਦੇ ਵਿੱਚ ਆਪਣਾ ਵਿਸ਼ੇਸ਼ ਜਹਾਜ਼ ਭਰ ਰਿਹਾ ਹੈ ਤੇ ਜੰਗ ਦੇ 6ਵੇਂ ਦਿਨ ਜਿੱਥੇ ਰੂਸ ਨੇ ਯੂਕਰੇਨ ਦੇ ਉੱਤੇ ਲਗਾਤਾਰ ਚੜ੍ਹਾਈ ਕੀਤੀ ਹੋਈ ਹੈ ਉੱਥੇ ਹੀ ਰੂਸ ਦੀ ਰਾਜਧਾਨੀ ਮਾਸਕੋ ਤੇ ਲੱਗੀਆਂ ਆਰਥਿਕ ਪਾਬੰਦੀਆਂ ਨੂੰ ਦੇਖਦਿਆਂ ਸਟੇਟ ਬੈਂਕ ਆਫ ਇੰਡੀਆ ਨੇ ਰੂਸੀ ਸੰਸਥਾਵਾਂ ਦੇ ਨਾਲ ਲੈਣ ਦੇਣ ਨਾ ਕਰਨ ਦਾ ਫੈਸਲਾ ਲਿਆ ਹੈ ਅੰਗਰੇਜ਼ੀ ਅਖਬਾਰ ਇਕਨੋਮਿਕ ਟਾਈਮਸ ਦੀ ਰਿਪੋਰਟ ਦੇ ਮੁਤਾਬਿਕ ਸਟੇਟ ਬੈਂਕ ਦੇ ਵੱਲੋਂ ਆਪਣੇ ਗਾਹਕਾਂ ਨੂੰ ਭੇਜੇ ਇੱਕ ਪੱਤਰ ਦੇ ਵਿੱਚ ਕਿਹਾ ਗਿਆ ਕਿ ਅਮਰੀਕਾ ਅਤੇ
ਯੂਰਪੀਅਨ ਯੂਨੀਅਨ ਜਾਂ ਫਿਰ ਸੰਯੁਕਤ ਰਾਸ਼ਟਰ ਦੀ ਪਾਬੰਦੀਸ਼ੁਦਾ ਸੂਚੀ ਦੇ ਵਿੱਚ ਕਿਸੇ ਵੀ ਸੰਸਥਾ, ਬੈਂਕ, ਬੰਦਰਗਾਹ ਜਾਂ ਜਹਾਜ਼ ਨੂੰ ਸ਼ਾਮਿਲ ਕਰਨ ਵਾਲੇ ਕਿਸੇ ਵੀ ਲੈਣ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਤੇ ਯੂਕਰੇਨ ਦੇ ਉੱਤੇ ਰੂਸ ਦੇ ਕੀਤੇ ਗਏ ਇਸ ਹਮਲੇ ਦੇ ਵਿੱਚ ਜਾਨੀ ਮਾਲੀ ਨੁਕਸਾਨ ਹੈ ਜਿਹੜਾ ਉਹ ਰੱਜ ਕੇ ਹੋ ਰਿਹਾ ਹੈ। ਜਿੱਥੇ ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਰੂਸ ਦੇ 5700 ਫੌਜੀਆਂ ਨੂੰ ਮਾਰ ਮੁਕਾਇਆ ਹੈ ਜਿਹੜੇ ਯੂਕਰੇਨ ਤੇ ਚੜ੍ਹ ਕੇ ਗਏ ਸੀ, ਉੱਥੇ ਹੀ ਯੂਕਰੇਨ ਦੇ ਅਧਿਕਾਰੀਆਂ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਐਤਵਾਰ ਨੂੰ ਉਹਨਾਂ ਦੇ ਮਿਲਟਰੀ ਬੇਸ ਉੱਤੇ ਰੂਸੀ ਤੋਪਾਂ ਦੇ ਹਮਲੇ ਵਿੱਚ ਘੱਟੋ-ਘੱਟ 70 ਫੌਜੀ ਮਾਰੇ ਗਏ ਨੇ। ਇਹ ਹਮਲਾ ਸੁਮੀ ਖੇਤਰ ਦੇ ਓਖ ਤਿਰਕਾ ਦੇ ਵਿੱਚ ਹੋਇਆ ਸੀ ਜੋ ਇਸ ਸਮੇਂ ਰੂਸੀ ਫੌਜਾਂ ਦੀ ਘੇਰਾਬੰਦੀ ਦੇ ਵਿੱਚ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਲਗਭਗ 70 ਮ੍ਰਿਤਕ ਯੂਕਰੇਨੀ ਫੌਜੀਆਂ ਦੇ ਲਈ ਕਬਰਸਤਾਨ ਦੇ ਵਿੱਚ ਹੁਣ ਥਾਂ ਬਣਾਈ ਜਾ ਰਹੀ ਹੈ ਅਤੇ ਜਿਹੜੀਆਂ ਵੀ ਰੂਸੀ ਫੌਜੀਆਂ ਦੀਆਂ ਲਾਸ਼ਾਂ ਨੇ ਉਹ ਰੈੱਡ ਕਰਾਸ ਨੂੰ ਦਿੱਤੀਆਂ ਜਾ ਰਹੀਆਂ ਨੇ। ਇਸੇ ਦਰਮਿਆਨ ਅਮਰੀਕੀ ਸੰਸਦ ਮੈਂਬਰਾਂ ਨੇ ਚੋਟੀ ਦੇ ਰੱਖਿਆ ਤੇ ਖੁਫੀਆ ਅਧਿਕਾਰੀਆਂ ਤੋਂ ਯੂਕਰੇਨ ਦੀ ਸਥਿਤੀ ਬਾਰੇ ਬਰੀਫਿੰਗ ਹਾਸਲ ਕੀਤੀ ਹੈ ਕਿ ਉੱਥੇ ਕੀ ਕੁਝ ਹੋ ਰਿਹਾ ਤੇ ਖੁਫੀਆ ਜਾਣਕਾਰੀ ਦੇ ਵਿੱਚ ਕਥਿਤ ਤੌਰ ਤੇ ਕੀਵ ਅਤੇ ਹੋਰ ਯੂਕਰੇਨੀ ਸ਼ਹਿਰਾਂ ਦੇ ਪਤਨ ਲਈ ਸੰਭਾਵਿਤ ਸਮਾਂ ਸੀਮਾਵਾਂ ਸ਼ਾਮਿਲ ਨੇ। ਬਰੀਫਿੰਗ ਰੂਮ ਤੋਂ ਬਾਹਰ ਨਿਕਲਦਿਆਂ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਕਿਹਾ ਕਿ ਫੌਜੀ ਤੌਰ ਤੇ ਸਭ ਤੋਂ ਭੈੜੀ ਸਥਿਤੀ ਆਉਣੀ ਹਲੇ ਬਾਕੀ ਹੈ, ਸਭ ਤੋਂ ਮੰਦੇ ਹਾਲਾਤ ਆਉਣੇ ਹਲੇ ਬਾਕੀ ਨੇ। ਇੱਕ ਹੋਰ ਐਮਪੀ ਨੇ ਨਾਮ ਨਾ ਦੱਸਣ ਦੀ ਸ਼ਰਤ ਤੇ ਟੀਵੀ ਚੈਨਲ CNN ਨੂੰ ਦੱਸਿਆ ਕਿ ਅਧਿਕਾਰੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਨਿਰਧਾਰਿਤ ਸਮਾਂ ਰੇਖਾ ਦਿੱਤੀ ਉਹ ਚਿੰਤਾਜਨਕ ਸੀ। ਸੈਨੇਟਰ ਕ੍ਰਿਸ ਮਰਫੀ ਇੱਕ ਕਨੈਕਟੀਕਟ ਡੈਮੋਕ੍ਰੇਟ ਨੇ ਟਵਿੱਟਰ ਤੇ ਲਿਖਿਆ ਕਿ ਕੀਵ ਦੇ ਲਈ ਲੜਾਈ ਲੰਬੀ ਅਤੇ ਖੂਨੀ ਹੋਵੇਗੀ। ਰੂਸ ਯੂਕਰੇਨ ਜੰਗ ਨੂੰ ਲੈ ਕੇ ਜੋ ਖਦਸ਼ੇ ਜਤਾਏ ਜਾ ਰਹੇ ਨੇ ਉਹ ਕਿਤੇ ਨਾ ਕਿਤੇ ਸੱਚ ਹੁੰਦੇ ਵੀ ਦਿਖਾਈ ਦੇ ਰਹੇ ਨੇ। ਪੂਰਬੀ ਯੂਕਰੇਨ ਦੇ ਵਿੱਚ ਦੋਨੇਤਸਕ ਦੇ ਵੱਖਵਾਦੀਆਂ ਵੱਲੋਂ ਜਿਹੜੇ ਕੰਟਰੋਲ ਵਾਲੇ ਇਲਾਕੇ ਨੇ ਉਹਨਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤਬਾਹੀ ਦਾ ਮੰਜ਼ਰ ਦਿਖਾ ਰਹੀਆਂ ਨੇ। ਤਬਾਹੀ ਦਾ ਮੰਜ਼ਰ ਉੱਥੇ ਫੈਲਿਆ ਹੋਇਆ ਹੈ ਅਤੇ ਯੂਕਰੇਨ ਦੇ ਵਿੱਚ ਹੋਈ ਗੋਲੀਬਾਰੀ ਦੇ ਕਾਰਨ ਤਬਾਹੀ ਹੋਈ ਹੈ। ਰੂਸੀ ਭਾਸ਼ੀ ਸੂਬੇ ਦੇ ਵਿੱਚ ਘਰਾਂ ਦਾ ਮਲਬਾ ਅਤੇ ਸੜਕਾਂ ਤੇ ਸੜੀਆਂ ਹੋਈਆਂ ਕਾਰਾਂ ਦਿਖਾਈ ਦੇ ਰਹੀਆਂ ਨੇ। ਦੋਨੇਤਸਕ ਤੇ ਹੋਰਲੀਵਿਕਾ ਕਸਬੇ ਵਿੱਚ ਰਹਿੰਦੇ ਭਾਈਚਾਰੇ ਨੇ ਤੋਪਾਂ ਦੇ ਹਮਲੇ ਦੌਰਾਨ ਮਾਰੇ 2 ਸਕੂਲੀ ਅਧਿਆਪਕਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਇੱਥੇ ਸੋਮਵਾਰ ਨੂੰ। ਇਸ ਦੇ ਨਾਲ ਹੀ ਖੇਰਸਨ ਦੇ ਵਿੱਚ ਵੀ ਧਮਾਕਿਆਂ ਦੀਆਂ ਖਬਰਾਂ ਮਿਲੀਆਂ। ਹਵਾਈ ਅੱਡੇ ਦੇ ਨੇੜਿਓਂ ਇੱਥੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਯੂਕਰੇਨ ਦੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਦੇ ਵਿੱਚ ਮੁੜ ਲਾਟਾਂ ਉੱਠੀਆਂ ਨੇ। ਖਾਰਕਿਵ ਦੇ ਵਿੱਚ ਰੂਸ ਨੇ ਵੱਡਾ ਮਿਜ਼ਾਈਲ ਹਮਲਾ ਕੀਤਾ ਹੈ। ਇਮਾਰਤਾਂ ਢਹਿ ਢੇਰੀ ਹੋਈਆਂ ਨੇ ਤੇ ਗੱਡੀਆਂ ਦੇ ਪਰਖੱਚੇ ਉੱਡ ਗਏ ਨੇ। ਇਹ ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸ ਦੀ ਆਬਾਦੀ ਲਗਭਗ 16 ਲੱਖ ਹੈ। ਹਮਲਾ ਜਿਹੜਾ ਕੀਤਾ ਗਿਆ ਰੂਸ ਦੇ ਵੱਲੋਂ ਤਾਜ਼ਾ ਇਹ ਹਮਲਾ ਫਰੀडम ਸਕੁਆਇਰ ਸਥਿਤ ਸਰਕਾਰੀ ਦਫ਼ਤਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕੀਤਾ ਗਿਆ। ਯੂਕਰੇਨ ਦੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇ ਵਿੱਚ ਇਸ ਹਮਲੇ ਦੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਨੇ। ਇੱਕ ਮਿਜ਼ਾਈਲ ਸਰਕਾਰੀ ਇਮਾਰਤ ਨਾਲ ਜਾ ਕੇ ਟਕਰਾਉਂਦੀ ਹੈ ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਜਿਸ ਵਿੱਚ ਇਮਾਰਤਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਤੇ ਗੱਡੀਆਂ ਤੱਕ ਤਬਾਹ ਹੋ ਗਈਆਂ, ਉੱਡ ਗਈਆਂ। ਹਮਲੇ ਤੋਂ ਬਾਅਦ ਵੀਡੀਓ ਦੇ ਵਿੱਚ ਸਿਟੀ ਸਕੁਆਇਰ ਦੇ ਕੋਲ ਸੜੀਆਂ ਹੋਈਆਂ ਗੱਡੀਆਂ ਤੇ ਮਲਬਾ ਵੀ ਦਿਖਾਈ ਦੇ ਰਿਹਾ ਹੈ ਤੇ ਇਹ ਹਮਲਾ ਸਥਾਨਕ ਸਮੇਂ ਮੁਤਾਬਿਕ ਮੰਗਲਵਾਰ ਸਵੇਰੇ 8 ਵਜੇ ਹੋਇਆ। ਹਾਲਾਂਕਿ ਹਮਲੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਰਾਹਤ ਦੀ ਖਬਰ ਹੈ। ਅਮਰੀਕਾ ਦੇ ਵਿੱਚ ਵੀ ਯੂਕਰੇਨ ਦੀ ਰਾਜਦੂਤ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਯੁੱਧ ਦੇ 5ਵੇਂ ਦਿਨ ਯਾਨੀ ਕਿ ਸੋਮਵਾਰ ਨੂੰ ਰੂਸ ਨੇ ਯੂਕਰੇਨ ਦੇ ਖਿਲਾਫ ਜੰਗ ਵਿੱਚ ਇੱਕ ਪਾਬੰਦੀਸ਼ੁਦਾ ਥਰਮੋਬੈਰਿਕ ਹਥਿਆਰ ਦੀ ਵਰਤੋਂ ਕੀਤੀ। ਯੂਕਰੇਨ ਦੀ ਰਾਜਦੂਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੂਸ ਨੇ ਵੈਕਿਊਮ ਬੰਬ ਦੀ ਵਰਤੋਂ ਕੀਤੀ ਜੋ ਜਨੇਵਾ ਕਨਵੈਨਸ਼ਨ ਦੇ ਤਹਿਤ ਪਾਬੰਦੀਸ਼ੁਦਾ ਹੈ। ਥਰਮੋਬੈਰਿਕ ਹਥਿਆਰਾਂ ਦੇ ਵਿੱਚ ਰਵਾਇਤੀ ਅਸਲੇ ਦੀ ਵਰਤੋਂ ਨਹੀਂ ਹੁੰਦੀ। ਇਹ ਉੱਚ ਦਬਾਅ ਵਾਲੇ ਵਿਸਫੋਟਕ ਦੇ ਨਾਲ ਭਰੇ ਹੁੰਦੇ ਨੇ। ਸ਼ਕਤੀਸ਼ਾਲੀ ਧਮਾਕੇ ਦੇ ਲਈ ਆਲੇ ਦੁਆਲੇ ਦੇ ਵਾਯੂਮੰਡਲ ਤੋਂ ਆਕਸੀਜਨ ਨੂੰ ਸੋਖਤਾ ਕਰ ਲੈਂਦੇ ਨੇ। ਹਿਊਮਨ ਰਾਈਟਸ ਵਾਚ ਦੇ ਮੁਤਾਬਿਕ ਰੂਸੀ ਗਣਰਾਜ ਚੇਚਨੀਆ ਦੇ ਵਿੱਚ ਇਸ ਦੀ ਵਰਤੋਂ ਪਹਿਲਾਂ ਹੀ ਵੇਖੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ CNN ਨੇ ਰੂਸੀ ਸ਼ਹਿਰ ਬੇਲਗੋਰੋਡ ਦੇ ਨੇੜੇ ਇੱਕ ਥਰਮੋਬੈਰਿਕ ਰਾਕੇਟ ਲਾਂਚਰ ਦੇਖੇ ਜਾਣ ਦੀ ਰਿਪੋਰਟ ਕੀਤੀ ਸੀ। ਇਸ ਹਮਲੇ ਦੇ ਦਰਮਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਲਗਾਤਾਰ ਐਮਰਜੈਂਸੀ ਸੈਸ਼ਨ ਨੇ ਜਿਹੜੇ ਉਹ ਬੁਲਾਏ ਜਾ ਰਹੇ ਨੇ ਤੇ ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਨੇ ਯੂਕਰੇਨ ਦੀ ਵਿਗੜਦੀ ਸਥਿਤੀ ਤੇ ਚਿੰਤਾ ਪ੍ਰਗਟ ਕਰਦਿਆਂ ਹੋਇਆਂ ਹਿੰਸਾ ਨੂੰ ਤੁਰੰਤ ਖਤਮ ਕਰਨ ਦੀ ਮੰਗ ਦੁਹਰਾਈ ਹੈ। ਕਿਹਾ ਕਿ ਸਾਰੇ ਮੁੱਦਿਆਂ ਨੂੰ ਸੱਚੀ ਇਮਾਨਦਾਰੀ ਅਤੇ ਲਗਾਤਾਰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ TS ਤ੍ਰਿਮੂਰਤੀ ਨੇ ਯੂਕਰੇਨ ਬਾਰੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਹੰਗਾਮੀ ਮੀਟਿੰਗ ਵਿੱਚ ਇਹ ਵੀ ਦੱਸਿਆ ਕਿ ਭਾਰਤ ਯੂਕਰੇਨ ਦੇ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇੱਕ ਹੋਰ ਵੱਡੀ ਜਾਣਕਾਰੀ ਇਹ ਵੀ ਆ ਰਹੀ ਹੈ ਕਿ YouTube ਨੇ ਰੂਸ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਦੇ ਖਿਲਾਫ ਯੂਰਪ ਦੇ ਵਿੱਚ ਰੂਸੀ ਚੈਨਲ RT ਅਤੇ ਸਪੁਤਨਿਕ ਨੂੰ ਬਲੌਕ ਕਰ ਦਿੱਤਾ ਹੈ। YouTube ਨੇ ਕਿਹਾ ਕਿ ਅਸੀਂ ਪੂਰੇ ਯੂਰਪ ਦੇ ਵਿੱਚ RT ਅਤੇ ਸਪੁਤਨਿਕ ਦੇ YouTube ਚੈਨਲਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਬਲੌਕ ਕਰ ਰਹੇ ਹਾਂ। ਸਾਡੇ
ਸਾਡੇ ਸਿਸਟਮਾਂ ਨੂੰ ਪੂਰੀ ਤਰ੍ਹਾਂ ਚਾਲੂ ਹੋਣ ਤੋਂ ਪਹਿਲਾਂ ਥੋੜਾ ਸਮਾਂ ਚਾਹੀਦਾ ਹੈ। ਫੇਸਬੁੱਕ ਨੇ ਵੀ ਸੋਮਵਾਰ ਨੂੰ ਯੂਰਪੀਅਨ ਯੂਨੀਅਨ ਦੇ ਵਿੱਚ RT ਅਤੇ ਸਪੁਤਨਿਕ ਵੱਲੋਂ ਪ੍ਰਕਾਸ਼ਿਤ ਸਮੱਗਰੀ ਨੂੰ ਬਲੌਕ ਕਰਨ ਦਾ ਫੈਸਲਾ ਲਿਆ ਸੀ। ਯੂਕਰੇਨ ਵਿੱਚ ਸੁਰੱਖਿਆ ਬਲਾਂ ਦੀ ਵਿੱਤੀ ਮਦਦ ਦੇ ਲਈ ਹੁਣ ਵਾਰ ਬੌਂਡਸ ਵੇਚ ਦਿੱਤੇ ਜਾਣਗੇ। ਯੂਕਰੇਨ ਦੀ ਸਰਕਾਰ ਨੇ ਜਾਣਕਾਰੀ ਦਿੱਤੀ ਹੈ, ਦੱਸਿਆ ਕਿ ਬੌਂਡਸ ਮੰਗਲਵਾਰ ਤੋਂ ਵੇਚਣੇ ਸ਼ੁਰੂ ਕਰ ਦਿੱਤੇ ਜਾਣਗੇ। ਵਾਰ ਬੌਂਡਸ ਦਾ ਮਕਸਦ, ਵੇਚਣ ਦਾ ਮੁੱਖ ਮਕਸਦ ਆਪਣੀ ਫੌਜ ਨੂੰ ਪੈਸਾ ਦੇਣਾ ਹੈ ਜੋ ਰੂਸ ਦੇ ਹਮਲਿਆਂ ਦੇ ਖਿਲਾਫ ਆਪਣੇ ਦੇਸ਼ ਦੀ ਰੱਖਿਆ ਕਰ ਰਹੀ ਹੈ। ਯੂਕਰੇਨ ਦੇ ਵਿੱਤ ਮੰਤਰਾਲੇ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹਰ ਸਾਲ ਵਾਰ ਬੌਂਡ ਦੀ ਕੀਮਤ 1000 ਯੂਕਰੇਨੀਅਨ ਹਰਵਿਨੀਆਂ ਯਾਨੀ ਕਿ $33 ਦੇ ਕਰੀਬ ਹੁੰਦੀ ਹੈ, $33.5 ਦੇ ਕਰੀਬ ਹੁੰਦੀ ਹੈ। ਇਸ ਬੌਂਡ ਤੇ ਮਿਲਣ ਵਾਲੀ ਵਿਆਜ ਦੀ ਰਾਸ਼ੀ ਨਿਲਾਮੀ ਦੇ ਵਿੱਚ ਤੈਅ ਕੀਤੀ ਜਾਏਗੀ। ਵਿੱਤ ਮੰਤਰਾਲੇ ਦੇ ਮੁਤਾਬਿਕ ਬੌਂਡ ਤੋਂ ਹੋਣ ਵਾਲੀ ਕਮਾਈ ਦਾ ਇਸਤੇਮਾਲ ਦੇਸ਼ ਦੇ ਸੁਰੱਖਿਆ ਬਲਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕੀਤਾ ਜਾਵੇਗਾ। ਤੇ ਇੱਕ ਹੋਰ ਅਪਡੇਟ ਆ ਰਹੀ ਹੈ ਕਿ ਯੂਕਰੇਨ ਦੀ ਵਿਦੇਸ਼ ਮੰਤਰੀ ਦਮਿਤਰੀ ਕੁਲੇਬਾ ਨੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ ਵਿੱਚ ਖਾਰਕਿਵ ਦੇ ਫਰੀडम ਸਕੁਅਰ ਤੇ ਵੱਡਾ ਧਮਾਕਾ ਦਿਖਾਈ ਦੇ ਰਿਹਾ ਹੈ। ਕੁਲੇਬਾ ਨੇ ਵੀਡੀਓ ਟਵੀਟ ਕਰਦੇ ਹੋਏ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਯੁੱਧ ਅਪਰਾਧ ਦਾ ਇਲਜ਼ਾਮ ਹੈ ਜਿਹੜਾ ਉਹ ਲਗਾਇਆ ਹੈ। ਉਧਰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ 24 ਫਰਵਰੀ ਤੋਂ ਲੈ ਕੇ ਸੋਮਵਾਰ ਦੀ ਅੱਧੀ ਰਾਤ ਤੱਕ ਯੂਕਰੇਨ ਦੇ ਵਿੱਚ 536 ਆਮ ਨਾਗਰਿਕ ਪ੍ਰਭਾਵਿਤ ਹੋਏ ਨੇ। ਕਮਿਸ਼ਨ ਦੀ ਬੁਲਾਰਾ ਲਿਜ਼ ਥਰੋਸੇਲ ਨੇ ਦੱਸਿਆ ਕਿ ਇਹਨਾਂ ਦੇ ਵਿੱਚ 136 ਆਮ ਨਾਗਰਿਕ ਮਾਰੇ ਗਏ ਨੇ ਜਿਨ੍ਹਾਂ ਦੇ ਵਿੱਚ 13 ਬੱਚੇ ਵੀ ਸ਼ਾਮਲ ਨੇ। ਉਹਨਾਂ ਦੱਸਿਆ ਕਿ ਕਮਿਸ਼ਨ ਨੂੰ ਯੂਕਰੇਨ ਦੇ ਵਿੱਚ 400 ਆਮ ਨਾਗਰਿਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਮਿਲੀ ਹੈ ਜਿਨ੍ਹਾਂ ਦੇ ਵਿੱਚ 26 ਬੱਚੇ ਨੇ। ਉਧਰ ਅਮਰੀਕਾ ਨੇ ਸੰਯੁਕਤ ਰਾਸ਼ਟਰ ਦੇ ਵਿੱਚ ਰੂਸੀ ਮਿਸ਼ਨ ਦੇ 12 ਮੈਂਬਰਾਂ ਨੂੰ ਜਾਸੂਸੀ ਦੇ ਵਿੱਚ ਸ਼ਾਮਿਲ ਖੁਫੀਆ ਅਧਿਕਾਰੀ ਹੋਣ ਦੇ ਦੋਸ਼ ਵਿੱਚ ਦੇਸ਼ ਵਿੱਚੋਂ ਕੱਢਣ ਦਾ ਐਲਾਨ ਕੀਤਾ ਹੈ। ਯੂਕਰੇਨ ਤੇ ਰੂਸ ਦੇ ਹਮਲੇ ਦੇ 5ਵੇਂ ਦਿਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ। ਰੂਸ ਤੇ ਯੂਕਰੇਨ ਵਿਚਾਲੇ ਚੱਲਦੀ ਜੰਗ ਦਾ ਹਵਾਲਾ ਦੇ ਕੇ ਭਾਰਤ ਦੇ ਵਿੱਚ LPG ਗੈਸ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ। ਇਸ ਵਾਅਦੇ ਦੇ ਮੁਤਾਬਿਕ ਕਮਰਸ਼ੀਅਲ ਸਿਲੰਡਰ ਹੁਣ 105 ਰੁਪਏ ਹੋਰ ਮਹਿੰਗਾ ਮਿਲੇਗਾ। ਰਾਹਤ ਵਾਲੀ ਗੱਲ ਇਹ ਹੈ ਕਿ ਘਰੇਲੂ ਗੈਸ ਸਿਲੰਡਰਾਂ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇੱਕ ਹੋਰ ਅਪਡੇਟ ਹੈ ਕਿ ਰੋਮਾਨੀਆ ਦੀ ਸਰਹੱਦ ਨਾਲ ਲੱਗਦੇ ਯੂਕਰੇਨ ਵਾਲੇ ਪਾਸੇ ਵਾਲੀ ਸਰਹੱਦ ਦੇ ਉੱਤੇ ਫਸੇ ਹੋਏ ਭਾਰਤੀ ਨਾਗਰਿਕਾਂ ਦੇ ਲਈ ਟੈਂਟਾਂ ਦਾ ਪ੍ਰਬੰਧ ਕੀਤਾ ਹੈ। ਭਾਰਤੀ ਐਮਬੈਸੀ ਨੇ ਸਰਕਾਰ ਯੂਕਰੇਨ ਤੋਂ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਨੂੰ ਯਕੀਨੀ ਬਣਾਉਣ ਦੇ ਲਈ ਕਹਿੰਦੇ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਯੂਕਰੇਨ ਦੇ ਵਿੱਚ ਇੱਕ ਛੋਟੀ ਬੱਚੀ ਰੂਸੀ ਫੌਜੀ ਦੇ ਨਾਲ ਭਿੜਦੀ ਹੋਈ ਦਿਖਾਈ ਦੇ ਰਹੀ ਹੈ। ਇੱਕ ਵੀਡੀਓ ਹੈ ਜਿਹੜਾ ਉਹ ਵਾਇਰਲ ਹੋ ਰਿਹਾ ਹੈ ਜਦੋਂ ਬੱਚੀ ਫੌਜੀ ਨੂੰ ਵਾਰੀ-ਵਾਰੀ ਵਾਪਸ ਜਾਣ ਲਈ ਕਹਿ ਰਹੀ ਹੈ, ਗੁੱਸੇ ਦਾ ਪ੍ਰਗਟਾਵਾ ਕਰ ਰਹੀ ਹੈ ਤੇ ਰੂਸੀ ਫੌਜੀ ਦੀ ਵੀ ਇੱਥੇ ਦਾਤ ਦੇਣੀ ਬਣਦੀ ਹੈ ਕਿ ਉਹ ਮੁਸਕਰਾਉਂਦਾ ਹੋਇਆ ਉਸ ਬੱਚੀ ਦੇ ਗੁੱਸੇ ਨੂੰ ਸਮਝਦਾ ਹੋਇਆ ਉੱਥੋਂ ਚਲਾ ਜਾਂਦਾ ਹੈ। ਭਾਰਤ ਦੇ ਵਿੱਚ ਜਿਹੜੇ ਮਾਪੇ ਹੈਗੇ ਨੇ ਯੂਕਰੇਨ 'ਚ ਫਸੇ ਵਿਦਿਆਰਥੀਆਂ ਦੇ, ਉਹਨਾਂ ਦੇ ਸਾਹ ਪੂਰੀ ਤਰ੍ਹਾਂ ਸੁੱਕੇ ਪਏ ਨੇ। ਕਿਰਤੀ ਕਿਸਾਨ ਯੂਨੀਅਨ ਨੇ ਇਸ ਸੰਬੰਧੀ ਇੱਕ ਪਹਿਲ ਕੀਤੀ ਹੈ। ਯੂਕਰੇਨ 'ਚ ਫਸੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਨਾਲ ਲੈ ਕੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤੇ ਨੇ। ਸ੍ਰੀ ਮੁਕਤਸਰ ਸਾਹਿਬ ਦੇ ਖੰਡਾ ਪਾਰਕ ਦੇ ਵਿੱਚ ਇੱਕ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਦੇ ਮਾਪੇ ਸ਼ਾਮਿਲ ਹੋਏ। ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੇਜ਼ੀ ਦੇ ਨਾਲ ਕੋਈ ਕਦਮ ਚੁੱਕਿਆ ਜਾਵੇ। ਸ੍ਰੀ ਮੁਕਤਸਰ ਸਾਹਿਬ ਦੇ ਲਗਭਗ 29 ਬੱਚੇ ਯੂਕਰੇਨ ਦੇ ਵਿੱਚ ਫਸੇ ਹੋਏ ਨੇ ਤੇ ਉਹਨਾਂ ਦੀ ਜਾਨ ਨੂੰ ਖਤਰਾ ਹੈ। ਇਸੇ ਤਰ੍ਹਾਂ ਮਾਨਸਾ ਦੇ ਵਿੱਚ ਵੀ ਰੋਸ ਮੁਜ਼ਾਹਰਾ ਹੋਇਆ ਹੈ। ਸਰਕਾਰ ਨੂੰ ਅਪੀਲ ਕੀਤੀ ਗਈ ਹੈ। 6 ਦਿਨ ਹੋ ਗਏ ਜੰਗ ਚੱਲੀ ਨੂੰ, ਹਾਲਾਤ ਉੱਥੇ ਖਰਾਬ ਹੋ ਗਏ ਨੇ। ਵਿਦਿਆਰਥੀਆਂ ਦਾ ਸਬਰ ਵੀ ਟੁੱਟ ਰਿਹਾ ਹੈ। ਮਾਪਿਆਂ ਦੇ ਨਾਲ ਇੱਥੇ ਹੋਰ ਲੋਕ ਨੇ ਜਿਹੜੇ ਉਹ ਵੀ ਸ਼ਾਮਿਲ ਹੋਏ ਜਿਨ੍ਹਾਂ ਨੇ ਮਾਨਸਾ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਹੈ। ਇਸਤਰੀ ਭਲਾਈ ਸਭਾ ਨੇ ਇੱਥੇ ਇੱਕ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਬੱਸ ਸਟੈਂਡ ਚੌਂਕ ਮਾਨਸਾ ਦੇ ਵਿੱਚ ਪ੍ਰਦਰਸ਼ਨ ਹੈ ਜਿਹੜਾ ਉਹ ਵੀ ਕੀਤਾ ਗਿਆ। ਸਾਡੇ ਯੂਕਰੇਨ ਦੇ ਵਿੱਚ ਬੱਚੇ ਫਸੇ ਹੋਏ MBBS ਕਰਨ ਗਏ ਸੀ। ਆਪਣੇ ਇੱਥੇ ਨਹੀਂ ਸਹੂਲਤ ਸੀ ਜਾਂ ਖਰਚਾ ਜ਼ਿਆਦਾ ਹੁੰਦਾ ਸੀ, ਬੱਚੇ ਚਲੇ ਗਏ, ਮਾਂ-ਬਾਪ ਭੇਜਦੇ ਹੁੰਦੇ ਆ ਜਿੱਥੇ ਉਹਨਾਂ ਨੂੰ ਲੱਗਦਾ ਵੀ ਸਸਤਾ ਹੋ ਜੇ। ਪਰ ਮਸਲਾ ਹੁਣ ਇਹ ਆ ਵੀ ਉੱਥੇ ਜੰਗ ਲੱਗ ਗਈ ਆ, ਬੱਚੇ ਸੇਫ ਨਹੀਂ ਹੈਗੇ, ਮਾਂ-ਬਾਪ ਰੋ ਰਹੇ ਨੇ। ਸਾਡੀ ਸਿਰਫ ਇਹੀ ਅਪੀਲ ਆ ਸਰਕਾਰਾਂ ਨੂੰ, ਬੱਚਿਆਂ ਨੂੰ ਜਲਦੀ ਤੋਂ ਜਲਦੀ ਜਿੰਨੀ ਵੀ ਛੇਤੀ ਹੋ ਸਕੇ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ। ਇੱਕ ਇਹ ਆ ਵੀ ਜਿੰਨਾ ਚਿਰ ਉਹ ਉੱਥੇ ਨੇ ਉਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਵੇ। ਦੂਸਰਾ ਇਹ ਵੀ ਉਹਨਾਂ ਨੂੰ ਬਿਲਕੁਲ ਫ੍ਰੀ ਲਿਆਂਦਾ ਜਾਵੇ ਕਿਉਂਕਿ ਮਾਂ-ਬਾਪ ਨੂੰ ਬੜਾ ਫਿਕਰ ਆ, ਬੱਚਿਆਂ ਕੋਲੇ ਪੈਸੇ ਨਹੀਂ ਹੈਗੇ, ਇੱਧਰੋਂ ਹੁਣ ਉਹ ਭੇਜ ਨਹੀਂ ਸਕਦੇ। ਇਹੀ ਮਸਲੇ ਦਾ ਹੱਲ ਆ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਜਿੰਨੀ ਛੇਤੀ ਵਾਪਸ ਹੋ ਸਕਦਾ ਉਨੀ ਛੇਤੀ ਲਿਆਂਦਾ ਜਾਵੇ। ਦੂਸਰਾ ਮਸਲਾ ਇਹ ਹੈ ਵੀ ਜਿਹੜੇ ਪ੍ਰਬੰਧ ਕਰਨੇ ਨੇ ਉਹ ਤਾਂ ਬਾਅਦ ਦੇ ਮਸਲੇ ਨੇ। ਹੁਣ ਮਸਲਾ ਇਹ ਹੈ ਵੀ ਸਿਰਫ ਜਾਨਾਂ ਦੀ ਜਿਹੜੀ ਆ ਉਹ ਸੇਫਟੀ ਜ਼ਰੂਰੀ ਆ। ਆਪਾਂ ਇਹ ਨਹੀਂ ਕਹਿੰਦੇ ਵੀ ਇਕੱਲੇ ਪੰਜਾਬ ਦੇ ਬੱਚੇ ਵਾਪਸ ਲਿਆ ਜਾਣ, ਇੰਡੀਆ ਦੇ ਬੱਚੇ ਸਾਰੇ ਦੇ ਸਾਰੇ ਜਿੰਨੇ ਵੀ ਆ ਉਹ ਸਾਰੇ ਵਾਪਸ ਲਿਆਂਦੇ ਜਾਣ। ਉਸ ਤੋਂ ਬਾਅਦ ਜਿਹੜੇ ਯੂਕਰੇਨ ਦੇ ਬੱਚੇ ਉਹਨਾਂ ਦਾ ਵੀ ਵਿਚਾਰਾਂ ਦਾ ਧਿਆਨ ਰੱਖਿਆ ਜਾਵੇ। ਜੰਗ ਨੂੰ ਰੋਕਣ ਦਾ ਜਿੱਥੋਂ ਤੱਕ ਵੀ ਹੋ ਸਕੇ ਸਾਰੇ ਦੇਸ਼ਾਂ ਨੂੰ ਅਪੀਲ ਆ ਵੀ ਰਲ ਮਿਲ ਕੇ ਇਹ ਮਸਲਾ ਹੱਲ ਕਰਨ ਵੀ ਇਹ ਜੰਗ ਨੂੰ ਰੋਕ ਸਕੀਏ ਤਾਂ ਕਿ ਸਾਰੇ ਬੱਚੇ ਸੇਫ ਹੋ ਜਾਣ। ਆਪਣੇ ਗੁਰੂਆਂ ਨੇ ਵੀ ਇਹੀ ਕਿਹਾ ਹੈ ਵੀ ਦੁਸ਼ਮਣ ਕੋਈ ਨਹੀਂ ਹੁੰਦਾਗਾ,
ਇਸ ਕਰਕੇ ਆਪਣੇ ਬੱਚੇ ਉਹ ਵੀ ਆਪਣੇ ਬੱਚਿਆਂ ਵਰਗੇ ਹੀ ਆ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਲੀਡਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਭਾਰਤੀ ਵਿਦਿਆਰਥੀਆਂ ਦੀ ਯੂਕਰੇਨ ਤੋਂ ਸੁਰੱਖਿਅਤ ਘਰ ਵਾਪਸੀ ਲਈ ਕੇਂਦਰ ਸਰਕਾਰ ਨੂੰ ਯਤਨ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਯੂਕਰੇਨ ਦੇ ਵਿੱਚੋਂ ਵਿਦਿਆਰਥੀਆਂ ਨੂੰ ਕੱਢਣ ਦੇ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾਣ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉੱਥੇ ਫਸੇ ਬੱਚਿਆਂ ਨੂੰ ਛੇਤੀ ਤੋਂ ਛੇਤੀ ਬਾਹਰ ਕੱਢਿਆ ਜਾਵੇ ਤੇ ਇੱਧਰ ਲਿਆਂਦਾ ਜਾਵੇ। ਕਿ ਇਹੋ ਜਿਹੇ ਮਾਹੌਲ ਦੇ ਵਿੱਚ ਪੇਰੈਂਟਸ ਵਾਸਤੇ ਬਹੁਤ ਮੁਸ਼ਕਲ ਹੋ ਜਾਂਦਾ ਕਿ ਕਿਸ ਤਰੀਕੇ ਰਾਤ ਕੱਟੀ ਜਾਵੇ। ਲੇਕਿਨ ਜਿਹੜੀ ਸਾਡੇ ਸੂਬੇ ਦੇ ਵਿੱਚ ਇਲੈਕਸ਼ਨ ਹੋਣ ਤੋਂ ਬਾਅਦ ਜੋ ਮਾਹੌਲ ਬਣਿਆ ਹੋਇਆ ਉਹਦੇ ਵਿੱਚ ਕੋਈ ਸੁਣਵਾਈ ਜਿਹੜੀ ਆ ਉਹ ਲੋਕਾਂ ਦੀ ਨਹੀਂ ਹੋ ਰਹੀ। ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਤੁਰੰਤ ਸਾਡੇ ਜਿਹੜੇ ਬੱਚੇ ਉੱਥੇ ਫਸੇ ਆ ਉਹਨਾਂ ਨੂੰ ਜਿਹੜਾ ਉੱਥੋਂ ਕੱਢਣ ਵਾਸਤੇ ਗਵਰਨਮੈਂਟ ਆਫ ਇੰਡੀਆ ਦੇ ਨਾਲ ਇਕੱਲੇ ਬੱਚੇ ਦੀ ਡਿਟੇਲ ਸ਼ੇਅਰ ਕਰਕੇ ਉਹਨਾਂ ਦੀ ਲੋਕੇਸ਼ਨ ਸ਼ੇਅਰ ਕਰਕੇ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਘਰ ਲਿਆਉਣ ਦਾ ਇੰਤਜ਼ਾਮ ਜਿਹੜਾ ਉਹ ਹੋਣਾ ਚਾਹੀਦਾ। ਜੰਗ ਦੀਆਂ ਖਬਰਾਂ ਤੋਂ ਬਾਅਦ ਪੰਜਾਬ, ਭਾਰਤ ਤੇ ਦੁਨੀਆ ਭਰ ਦੀਆਂ ਕੁਝ ਅਹਿਮ ਅਪਡੇਟਸ ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਵੱਡੀ ਖਬਰ ਹੈ ਜਿਹੜੀ ਉਹ ਕਿਸਾਨਾਂ ਦੇ ਅੰਦੋਲਨ ਦੇ ਨਾਲ ਜੁੜੀ ਹੋਈ ਹੈ। ਦਿੱਲੀ ਸਰਕਾਰ ਨੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੌਰਾਨ ਪਿਛਲੇ ਸਾਲ ਦਿੱਲੀ ਪੁਲਿਸ ਦੇ ਵੱਲੋਂ ਦਰਜ ਕੀਤੇ ਗਏ 17 ਕੇਸ ਵਾਪਸ ਲੈਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹਨਾਂ ਦੇ ਵਿੱਚ ਗਣਤੰਤਰ ਦਿਵਸ ਤੇ ਹੋਈ ਹਿੰਸਾ ਦਾ ਜਿਹੜਾ ਕੇਸ ਹੈ ਉਹ ਵੀ ਸ਼ਾਮਿਲ ਹੈ। ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਉਪ ਰਾਜਪਾਲ ਅਨਿਲ ਬੈਜਲ ਦੇ ਦਫ਼ਤਰ ਦੇ ਵੱਲੋਂ 31 ਜਨਵਰੀ ਨੂੰ ਗ੍ਰਹਿ ਮੰਤਰੀ ਸਤਿੰਦਰ ਜੈਨ ਨੂੰ ਭੇਜੇ ਕੇਸਾਂ ਨਾਲ ਸੰਬੰਧਿਤ ਫਾਈਲ ਨੂੰ ਕਾਨੂੰਨ ਵਿਭਾਗ ਦੀ ਰਾਏ ਲੈਣ ਤੋਂ ਬਾਅਦ ਸੋਮਵਾਰ ਨੂੰ ਮਨਜ਼ੂਰੀ ਦਿੱਤੀ ਗਈ। ਦਿੱਲੀ ਪੁਲਿਸ ਨੇ ਨਵੰਬਰ 2020 ਤੋਂ ਦਸੰਬਰ 2021 ਦੌਰਾਨ ਦਰਜ 54 ਦੇ ਵਿੱਚੋਂ 17 ਕੇਸ ਵਾਪਸ ਲੈਣ ਦਾ ਫੈਸਲਾ ਲਿਆ ਹੈ। ਦੁੱਧ ਦੇ ਭਾਅ ਲਗਾਤਾਰ ਵਧ ਰਹੇ ਨੇ। ਜੰਗ ਦੇ ਦਰਮਿਆਨ ਇੱਕ ਦਿਨ ਪਹਿਲਾਂ ਅਮੂਲ ਨੇ ਆਪਣੇ ਦੁੱਧ ਦੇ ਰੇਟ 'ਚ ਵਾਧਾ ਕਰ ਦਿੱਤਾ ਸੀ ਤੇ ਹੁਣ ਪ੍ਰਾਗ ਨੇ ਵੀ ਭਾਅ ਵਧਾ ਦਿੱਤੇ ਨੇ। ਡੇਅਰੀ ਫਰਮ ਪ੍ਰਾਗ ਮਿਲਕ ਫੂਡਸ ਲਿਮਟਿਡ ਨੇ ਕਿਹਾ ਹੈ ਕਿ ਉਸਨੇ ਗੋਵਰਧਨ ਬ੍ਰਾਂਡ ਦੇ ਗਾਂ ਦੇ ਦੁੱਧ ਦੀ ਕੀਮਤ 1 ਮਾਰਚ ਤੋਂ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ ਤੇ ਇਸ ਵਾਧੇ ਦੇ ਨਾਲ ਗੋਵਰਧਨ ਗੋਲਡ ਦੁੱਧ ਦੀ ਕੀਮਤ ਹੁਣ 48 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 50 ਰੁਪਏ ਪ੍ਰਤੀ ਲੀਟਰ ਹੋ ਜਾਏਗੀ। ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ FM ਰੇਡੀਓ ਚੈਨਲਾਂ ਨੂੰ ਅਸ਼ਲੀਲ ਅਤੇ ਇਤਰਾਜ਼ਯੋਗ ਸਮੱਗਰੀ ਦਾ ਪ੍ਰਸਾਰਣ ਨਾ ਕਰਨ ਦੇ ਹੁਕਮ ਦਿੱਤੇ ਨੇ। ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ। ਮੰਤਰਾਲੇ ਨੇ ਕਿਹਾ ਕਿ ਅਜਿਹੀ ਸਮੱਗਰੀ ਨੂੰ ਪ੍ਰਸਾਰਿਤ ਕਰਨਾ ਦਿਖਾਉਣਾ ਗ੍ਰਾਂਟ ਆਫ ਪਰਮਿਸ਼ਨ ਐਗਰੀਮੈਂਟ ਦੀ ਵੱਡੀ ਉਲੰਘਣਾ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੀ ਦਿੱਲੀ ਪਹੁੰਚੇ ਨੇ। ਉਹਨਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ। ਮੰਗ ਕੀਤੀ ਜਾਵੇਗੀ ਕਿ ਫੈਸਲਾ ਵਾਪਸ ਲਿਆ ਜਾਵੇ। ਢੀਂਡਸਾ ਨੇ ਕਿਹਾ ਕਿ ਪੰਜਾਬ ਦੀ BBMB ਦੇ ਵਿੱਚੋਂ ਪੱਕੀ ਨੁਮਾਇੰਦਗੀ ਖਤਮ ਕਰਨ ਨਾਲ ਸੂਬੇ ਦਾ ਪਾਣੀਆਂ ਸਮੇਤ ਹੈੱਡ ਵਰਕਸਾਂ ਤੇ ਵੀ ਜਿਹੜਾ ਕੰਟਰੋਲ ਹੈ ਉਹ ਖਤਮ ਹੋ ਜਾਏਗਾ, ਅਧਿਕਾਰ ਖਤਮ ਹੋ ਜਾਣਗੇ। ਇਸੇ ਦਰਮਿਆਨ ਟਰੈਕਟਰ ਟੂ ਟਵਿੱਟਰ ਦੇ ਨੌਜਵਾਨਾਂ ਨੇ ਇਸ ਬਾਰੇ ਡੂੰਘਾਈ ਦੇ ਨਾਲ ਖੋਜ ਕੀਤੀ ਹੈ। ਇਸ ਮੁੱਦੇ ਦੇ ਬਾਰੇ ਸੋਸ਼ਲ ਮੀਡੀਆ ਤੇ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਹੈ ਕਿ ਕੇਂਦਰ ਸਰਕਾਰ ਇਸ ਫੈਸਲੇ ਨੂੰ ਵਾਪਸ ਲੈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਨੌਜਵਾਨਾਂ ਨੇ ਦੱਸਿਆ ਕਿ ਸੂਬਿਆਂ ਨੂੰ ਕਮਜ਼ੋਰ ਕਰਨ ਦੀ ਮਾਨਸਿਕਤਾ ਦੇ ਨਾਲ ਕੇਂਦਰ ਸਰਕਾਰ 2 ਸਾਲ ਪਹਿਲਾਂ ਹੀ ਅਗਸਤ 2019 ਦੇ ਵਿੱਚ ਡੈਮ ਸੇਫਟੀ ਬਿੱਲ ਲੈ ਆਈ ਸੀ, ਜਿਸ ਨੂੰ ਦਸੰਬਰ 2021 ਦੇ ਵਿੱਚ ਮਨਜ਼ੂਰੀ ਮਿਲੀ। ਇਸ ਬਿੱਲ ਰਾਹੀਂ ਕੇਂਦਰ ਸਰਕਾਰ ਨੇ ਬੜੀ ਚਲਾਕੀ ਦੇ ਨਾਲ ਸੂਬਿਆਂ ਦੇ ਅਧਿਕਾਰਾਂ ਤੇ ਹਮਲਾ ਕਰਦਿਆਂ ਇੱਕ ਤੋਂ ਵੱਧ ਸੂਬਿਆਂ ਦੇ ਕੰਟਰੋਲ ਹੇਠ ਆਉਣ ਵਾਲੇ ਡੈਮਾਂ ਦਾ ਹੱਕ ਖੋਹ ਲਿਆ ਤੇ ਇਸੇ ਤਰੀਕੇ ਦੇ ਨਾਲ ਹੁਣ BBMB ਦਾ ਹੱਕ ਵੀ ਪੰਜਾਬ ਤੇ ਹਰਿਆਣਾ ਤੋਂ ਖੋਹ ਲਿਆ ਗਿਆ ਕਿਉਂਕਿ 2 ਸੂਬਿਆਂ ਦੇ ਅਧਿਕਾਰ ਦੇ ਵਿੱਚ ਆਉਂਦਾ ਹੈ। ਤੇ ਬੜੀ ਹੈਰਾਨੀ ਤੇ ਅਫਸੋਸ ਦੀ ਗੱਲ ਹੈ ਕਿ ਉਸ ਵਕਤ ਤਾਮਿਲਨਾਡੂ ਤੋਂ ਬਿਨਾਂ ਕਿਸੇ ਵੀ ਸੂਬੇ ਜਾਂ ਸਿਆਸੀ ਧਿਰ ਨੇ ਇਸ ਵੱਡੇ ਹਮਲੇ ਵੱਲ ਧਿਆਨ ਨਹੀਂ ਦਿੱਤਾ ਸੀ। ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਹੈ ਕਿ ਚਾਹੇ ਸਿਆਸੀ ਲੀਡਰ ਸੁੱਤੇ ਪਏ ਨੇ ਪਰ ਅਸੀਂ ਸੰਘਰਸ਼ ਜ਼ਰੂਰ ਕਰਾਂਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਛੇਤੀ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਲੜਾਈ ਮੁੜ ਤੋਂ ਤੁਹਾਡੀ ਸ਼ੁਰੂ ਹੋ ਸਕਦੀ ਮੁੜ ਤੋਂ ਸ਼ੁਰੂ ਨਹੀਂ ਹੋ ਸਕਦੀ, ਨਹੀਂ ਹੋਏਗੀ। ਹੋ ਸਕਣ ਵਾਲੀ ਗੱਲ ਤਾਂ ਨਾ ਜੀ ਵੀ 1% ਚਾਂਸ ਹੋਵੇ ਵੀ ਨਹੀਂ ਜੀ ਮੋਰਚੇ ਨੂੰ ਤਾਂ ਦੁਬਾਰਾ ਚਲਾਉਣਾ ਪੈਣਾ ਹੈ। ਠੀਕ ਹੈ, ਕਿਉਂਕਿ MSP ਜਿੰਨਾ ਚਿਰ ਭਾਰਤ ਗੈਟ ਚੋਂ ਬਾਹਰ ਨਹੀਂ ਆਉਂਦਾ, ਜਿੰਨਾ ਚਿਰ ਉਹ WTO ਦੇ ਸਮਝੌਤੇ ਚੋਂ ਭਾਰਤ ਬਾਹਰ ਨਹੀਂ ਆਉਂਦਾ, ਉਹਨਾਂ ਚਿਰ ਕਿਸਾਨਾਂ ਨੂੰ MSP ਮਿਲਣੀ ਜਾਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੋਣੀ ਬਿਲਕੁਲ ਪੋਸੀਬਲ ਨਹੀਂ। ਔਰ ਉਹਨੂੰ ਪੋਸੀਬਲ ਕਰਾਉਣ ਵਾਸਤੇ ਸਾਨੂੰ ਵੱਡੀ ਲੜਾਈ ਲੜਨੀ ਪਏਗੀ। ਯਾਨੀ ਕਿ ਹੁਣ ਨਵੀਂ ਜਿਹੜੀ ਪੰਜਾਬ ਸਰਕਾਰ ਆ ਉਹਨੂੰ ਵਕਤ ਪੈਣ ਵਾਲਾ ਹੈ। ਇਹ ਪਏਗਾ ਜੀ, ਸੁਭਾਵਿਕ ਗੱਲ ਹੈ। ਕੱਲਾ ਹੁਣ ਮਤਲਬ ਪੰਜਾਬ ਦੇ ਨੌਜਵਾਨਾਂ ਨਾਲ ਨਹੀਂ ਲੜਿਆ ਜਾਣਾ, ਕੱਲੇ ਹਰਿਆਣੇ ਨਾਲ ਨਹੀਂ, ਪੂਰੇ ਦੇਸ਼ ਦੇ ਯੂਥ ਨੂੰ, ਪੂਰੇ ਦੇਸ਼ ਦੇ ਕਿਸਾਨਾਂ ਨੂੰ ਲੈ ਕੇ
ਮੋਰਚੇ ਵੱਲ ਨੂੰ ਮਤਲਬ ਵਧਣਾ ਪਏਗਾ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਖੜਾ ਬਿਆਸ ਮੈਨੇਜਮੈਂਟ ਦੇ ਵਿੱਚ ਪੰਜਾਬ ਦੀ ਹਿੱਸੇਦਾਰੀ ਨੂੰ ਖਤਮ ਕਰਨ ਦੇ ਮਸਲੇ ਤੇ ਕਿਹਾ ਕਿ ਪੰਜਾਬ ਦੇ ਨਾਲ ਵੱਡਾ ਧੱਕਾ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਵੀ ਪੰਜਾਬ ਦੀ ਹਿੱਸੇਦਾਰੀ ਘਟਾਈ ਜਾ ਰਹੀ ਹੈ। ਹਾਲਾਂਕਿ ਪੰਜਾਬ ਦਾ ਹੱਕ ਉੱਥੇ ਵੱਧ ਹੈ। ਪੰਜਾਬ ਦੇ ਕਈ ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਸੀ, ਪਰ ਹੁਣ ਇੱਥੇ ਨੌਕਰੀਆਂ ਵਿੱਚ ਪੰਜਾਬ ਤੇ ਹਰਿਆਣਾ ਦੀ ਹਿੱਸੇਦਾਰੀ 60-40 ਦੇ ਅਨੁਪਾਤ ਨਾਲ ਕੀਤੀ ਜਾ ਰਹੀ ਸੀ, ਪਰ ਇਸ ਨੂੰ ਵੀ ਹਰ ਹੀਲੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਚੰਡੀਗੜ੍ਹ ਯੂਟੀ ਪ੍ਰਸ਼ਾਸਨ ਨੂੰ ਹਿੱਸੇਦਾਰੀ ਤੈਅ ਕਰਨ ਦਾ ਹੱਕ ਹੀ ਨਹੀਂ। ਉਹਨਾਂ ਦਾਅਵਾ ਕੀਤਾ ਕਿ ਚੰਡੀਗੜ੍ਹ ਵਿੱਚ ਪੰਜਾਬ ਦੇ ਅਧਿਆਪਕਾਂ ਤੇ ਡਾਕਟਰਾਂ ਨਾਲ ਵੀ ਧੱਕਾ ਹੋ ਰਿਹਾ ਹੈ। ਮਾਨਸਿਕ ਤੌਰ ਤੇ ਉਹਨਾਂ ਨੂੰ ਪਰੇਸ਼ਾਨ ਵੀ ਕੀਤਾ ਜਾਂਦਾ ਹੈ ਤੇ ਸਿਰਫ ਪੰਜਾਬ ਹੀ ਨਹੀਂ, ਹਰਿਆਣਾ ਕੇਡਰ ਦੇ ਮੁਲਾਜ਼ਮਾਂ ਦੇ ਨਾਲ ਵੀ ਹੁੰਦਾ ਹੈ। ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੇਲ੍ਹ ਵਿੱਚ ਇਹਨਾਂ ਨੇ ਇੱਕ ਦਿਨ ਪਹਿਲਾਂ ਮੁਲਾਕਾਤ ਕੀਤੀ ਸੀ। ਉਹਨਾਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਕੋਵਿਡ ਨਿਯਮਾਂ ਦਾ ਹਵਾਲਾ ਦੇ ਕੇ ਜੇਲ੍ਹ ਵਿੱਚ ਬੰਦ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਯਾਨੀ ਕਿ ਦਾਅਵਾ ਕੀਤਾ ਕਿ ਸਰਕਾਰ ਸਾਡੀ ਬਣੂਗੀ, ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਸਾਰੇ ਫੈਸਲੇ ਵਾਪਸ ਕਰਵਾਏ ਜਾਣਗੇ। ਪੰਜਾਬ ਵਿਧਾਨ ਸਭਾ ਦੀਆਂ 80 ਸੀਟਾਂ ਤੇ ਜਿੱਤ ਹਾਸਲ ਕਰਨ ਦਾ ਸੁਖਬੀਰ ਬਾਦਲ ਨੇ ਦਾਅਵਾ ਕੀਤਾ। ਸੁਖਬੀਰ ਨੇ ਦਾਅਵਾ ਕੀਤਾ ਕਿ ਮਜੀਠੀਆ ਨੂੰ ਗਲਤ ਕੇਸ ਦੇ ਵਿੱਚ ਫਸਾਇਆ ਗਿਆ ਹੈ। ਮਜੀਠੀਆ ਪੂਰੀ ਤਰ੍ਹਾਂ ਦੇ ਨਾਲ ਨਿਰਦੋਸ਼ ਹੈ। ਅਕਾਲੀ ਦਲ ਮਜੀਠੀਆ ਦੀ ਪਿੱਠ ਤੇ ਖੜਾ ਹੈ। ਅਕਾਲੀ ਦਲ ਪਾਰਟੀ ਨੂੰ ਕੋਈ ਡਰ ਨਹੀਂ, ਸਾਨੂੰ ਪੂਰਾ ਵਿਸ਼ਵਾਸ ਅਦਾਲਤਾਂ ਤੇ ਹੈ, ਜੁਡੀਸ਼ੀਅਲ ਸਿਸਟਮ ਤੇ ਹੈ। ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਝੂਠਾ ਕੇਸ ਪਾਉਣ ਦੀ। ਐਜਾ ਕੇਸ ਮੈਨੂੰ ਲੱਗਦਾ ਹੈ ਹਿੰਦੁਸਤਾਨ 'ਚ ਹਿਸਟਰੀ 'ਚ ਨਹੀਂ ਹੋਇਆ ਹੋਣਾ ਕਿ ਡੀਜੀਪੀ ਆਪ ਆਰਡਰ ਕਰਦਾ ਹੈ ਕਿ ਕਿਹੜੀ ਦਫਾ ਲਾਉਣੀ ਹੈ ਤੇ ਕਿਸੇ ਜ਼ਿਲ੍ਹੇ 'ਚ ਦਰਜ ਨਹੀਂ ਹੋਇਆ। ਡੀਜੀਪੀ ਦੇ ਆਪਣੇ ਥੱਲੇ ਕੀਤਾ ਗਿਆ। ਉਹ ਡੀਜੀਪੀ ਜਿਹਨੂੰ ਇਮੀਡੀਏਟਲੀ ਯੂਪੀਐਸਸੀ ਨੇ ਕੱਢਿਆ, ਸੁਪਰੀਮ ਕੋਰਟ ਨੇ ਵੀ ਕੱਢਿਆ ਤੇ ਹਾਈ ਕੋਰਟ ਨੇ ਕਿਹਾ ਸਭ ਤੋਂ ਨਿਕੰਮਾ ਬੰਦਾ। ਤੋ ਇਸ ਕਰਕੇ ਝੂਠ ਹੀ ਹੁੰਦਾ ਹੈ ਤੇ ਸਾਨੂੰ ਬੜਾ ਮਾਣ ਹੈ ਕਿ ਸਾਰੀ ਪਾਰਟੀ ਬਿਕਰਮ ਸਿੰਘ ਮਜੀਠੀਆ ਦੇ ਮਗਰ ਖੜੀ ਹੈ, पूरी सपोर्ट खड़ी है, क्योंकि मैं गारंटी देना, मेरी जबान है सारी पार्टी दी की है कि बिक्रम सिंह मजीठिया ते झूठा केस किया गया है। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੋਵਾਂ ਨੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਪਟਿਆਲਾ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਦੇ ਬਾਹਰ ਜਿਹੜਾ ਕਈ ਦਿਨਾਂ ਤੋਂ ਧਰਨਾ ਲੱਗਿਆ ਹੋਇਆ, ਬੋਰਡ ਦੇ ਵੱਲੋਂ ਛਾਪੀਆਂ ਗਈਆਂ ਇਤਰਾਜ਼ਯੋਗ ਕਿਤਾਬਾਂ ਨੂੰ ਲੈ ਕੇ ਉਸ ਸੰਘਰਸ਼ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ। ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਖੁਦ ਪ੍ਰਦਰਸ਼ਨਕਾਰੀਆਂ ਦੇ ਕੋਲ ਪਹੁੰਚੇ ਨੇ। ਪ੍ਰਗਟ ਸਿੰਘ ਨੇ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਸਿੱਖ ਗੁਰੂ ਸਾਹਿਬਾਨਾਂ ਬਾਰੇ ਛਪੇ ਕੂੜ ਪ੍ਰਚਾਰ ਦਾ ਸਖਤ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸਮੇਤ ਦੂਸਰੇ ਅਧਿਕਾਰੀਆਂ ਨੂੰ ਤਲਬ ਕਰ ਲਿਆ ਹੈ। ਸਿੱਖਿਆ ਮੰਤਰੀ ਨੇ ਧਰਨੇ ਵਾਲੀ ਥਾਂ ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਮੰਗ ਪੱਤਰ ਵੀ ਉਹਨਾਂ ਤੋਂ ਲਿਆ। ਦਾ ਖਾਲਸ ਟੀਵੀ ਦੇ ਵੱਲੋਂ ਆਪਣੇ ਰੋਜ਼ਾਨਾ ਦੇ ਸ਼ੋਅ ਪ੍ਰਾਈਮ ਟਾਈਮ ਅਤੇ ਖਾਲਸ ਸਪੈਸ਼ਲ ਦੇ ਵਿੱਚ ਮੁੱਦਾ ਚੁੱਕੇ ਜਾਣ ਤੋਂ ਬਾਅਦ ਸਿੱਖਿਆ ਮੰਤਰੀ ਹਰਕਤ ਦੇ ਵਿੱਚ ਆਏ ਨੇ। ਦਾ ਖਾਲਸ ਟੀਵੀ ਨੇ ਕੇਅਰ ਟੇਕਰ ਸਿੱਖਿਆ ਮੰਤਰੀ ਨੂੰ ਉਹਨਾਂ ਦੀ ਜ਼ਿੰਮੇਵਾਰੀ ਪ੍ਰਤੀ ਆਗਾਹ ਕੀਤਾ ਸੀ। ਮੰਗਲਵਾਰ ਸਵੇਰੇ ਪ੍ਰਦਰਸ਼ਨਕਾਰੀਆਂ ਤੇ ਸਿੱਖਿਆ ਮੰਤਰੀ ਦੇ ਵਿਚਾਲੇ ਫੋਨ ਤੇ ਵੀ ਚਰਚਾ ਹੋਈ ਸੀ। ਸਿੱਖਿਆ ਮੰਤਰੀ ਨੇ ਸਵੇਰ ਵੇਲੇ ਹੀ ਧਰਨੇ ਵਾਲੀ ਥਾਂ ਤੇ ਉਹਨਾਂ ਦੀ ਗੱਲ ਸੁਣਨ ਦਾ ਭਰੋਸਾ ਦਿੱਤਾ ਸੀ। ਧਰਨੇ ਦੀ ਅਗਵਾਈ ਕਰ ਰਹੇ ਬਲਦੇਵ ਸਿੰਘ ਸਿਰਸਾ ਤੇ ਗੁਰਨਾਮ ਸਿੰਘ ਸਿੱਧੂ ਨੇ ਕਿਹਾ ਕਿ ਸਿੱਖਿਆ ਮੰਤਰੀ ਨੇ ਕਾਰਵਾਈ ਦਾ ਭਰੋਸਾ ਦਿੱਤਾ, ਪਰ ਇਨਸਾਫ ਮਿਲਣ ਤੱਕ ਸਾਡਾ ਧਰਨਾ ਜਾਰੀ ਰਹੇਗਾ, ਇੱਥੋਂ ਅਸੀਂ ਧਰਨਾ ਨਹੀਂ ਚੁੱਕਾਂਗੇ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਲਦੇਵ ਸਿੰਘ ਸਿਰਸਾ ਦੇ ਇੱਕ ਕਦਮ ਤੇ ਸਖਤ ਇਤਰਾਜ਼ ਹੈ। ਪਾਬੰਦੀਸ਼ੁਦਾ ਹਿੰਦੀ ਪੁਸਤਕ ਸਿੱਖ ਇਤਿਹਾਸ ਦਾ ਮੁੱਦਾ ਕਹਿੰਦੇ ਵਾਰ-ਵਾਰ ਚੁੱਕਣਾ ਇੱਕ ਸ਼ਰਾਰਤ ਹੈ, ਸ਼ਰਾਰਤ ਭਰੀ ਕਾਰਵਾਈ ਹੈ ਤੇ ਅਜਿਹਾ ਕਰਕੇ ਸਿੱਖ ਵਿਰੋਧੀ ਤਾਕਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ, ਜਿਨ੍ਹਾਂ ਤੋਂ ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਲੰਘੇ ਕੁਝ ਦਿਨਾਂ ਤੋਂ ਸਕੂਲ ਸਿੱਖਿਆ ਬੋਰਡ ਦੀ ਪੁਸਤਕ ਜਿਹਦੇ ਵਿੱਚ ਸਿੱਖ ਇਤਿਹਾਸ ਨੂੰ ਗਲਤ ਰੰਗਤ ਦੇ ਕੇ ਪੇਸ਼ ਕੀਤਾ ਗਿਆ, ਉਸ ਵਿਰੁੱਧ ਧਰਨਾ ਲਾਉਣ ਵਾਲੇ ਬਲਦੇਵ ਸਿੰਘ ਸਿਰਸਾ ਐਸਜੀਪੀਸੀ ਨੂੰ ਜਾਣਬੁੱਝ ਕੇ ਬਦਨਾਮ ਕਰ ਰਹੇ ਨੇ। ਲੱਖਾ ਸਿਧਾਣਾ ਤੇ ਕੁਝ ਹੋਰ ਸ਼ਰਾਰਤੀ ਲੋਕਾਂ ਨੇ ਐਸਜੀਪੀਸੀ ਦੀ ਬਦਨਾਮੀ ਹੈ ਜਿਹੜੀ ਉਹ ਕੋਝੀ ਸਾਜ਼ਿਸ਼ ਦੇ ਤਹਿਤ ਕੀਤੀ ਹੈ, ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਦੱਸਿਆ ਕਿ ਇਸ ਪੁਸਤਕ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਜਰਨਲ ਹਾਊਸ ਜੋ ਸਾਰਿਆਂ ਤੋਂ ਸੁਪਰੀਮ ਹੈ, ਉਸ ਵੱਲੋਂ ਮਤੇ ਰਾਹੀਂ ਜਨਤਕ ਤੌਰ ਤੇ ਗਲਤੀ ਪ੍ਰਵਾਨ ਕਰਦਿਆਂ ਕਿਤਾਬ ਰੱਦ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹੁਣ ਕਿਤਾਬ ਦਾ ਮਾਮਲਾ ਚੁੱਕਣਾ ਬਣਦਾ ਹੀ ਨਹੀਂ ਹੈ। ਉਹਨਾਂ ਕਿਹਾ ਕਿ ਸਿਰਸਾ ਸਮੇਤ ਸ਼੍ਰੋਮਣੀ ਕਮੇਟੀ ਦੀ ਵਿਰੋਧਤਾ ਕਰਨ ਵਾਲੇ ਪੇਸ਼ੇਵਰ ਲੋਕ ਇਸ ਨੂੰ ਆਪਣੇ ਨਿੱਜੀ ਹਿੱਤਾਂ ਖਾਤਰ ਮੁੱਦਾ ਬਣਾ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ ਇਹ ਲੋਕ ਧਰਨੇ ਦੌਰਾਨ ਅਸਲ ਮਸਲੇ ਤੋਂ ਹਟ ਕੇ ਸ਼੍ਰੋਮਣੀ ਕਮੇਟੀ ਦੀ 1999 ਦੇ ਵਿੱਚ ਛਾਪੀ ਹਿੰਦੀ ਪੁਸਤਕ ਸਿੱਖ ਇਤਿਹਾਸ ਦੇ ਮਾਮਲੇ ਨੂੰ ਬਿਨਾਂ ਵਜ੍ਹਾ ਤੂਲ ਦੇ ਰਹੇ ਨੇ, ਜਦਕਿ ਸੱਚਾਈ ਇਹ ਹੈ ਕਿ ਪੁਸਤਕ ਨੂੰ ਸ਼੍ਰੋਮਣੀ ਕਮੇਟੀ ਨੇ ਵਾਪਸ ਲੈ ਲਿਆ ਸੀ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੁਕਮਾਂ ਤੇ ਇਸ ਕਿਤਾਬ ਦਾ ਕੇਸ ਵਾਚਿਆ ਗਿਆ, ਜਿਸ ਮੁਤਾਬਕ ਇਹ ਜਿਹੜੀ ਕਿਤਾਬ ਵਾਪਸ ਲਈ ਜਾ ਚੁੱਕੀ ਹੈ। ਅੱਗੇ ਵਿਦਿਆਰਥੀਆਂ ਦੇ ਪੇਪਰਾਂ ਦੇ ਨਾਲ ਜੁੜੀ ਖਬਰ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 2021-22 ਦੇ ਲਈ 5ਵੀਂ 8ਵੀਂ 10ਵੀਂ ਤੇ 12ਵੀਂ ਸ਼੍ਰੇਣੀ ਦੀਆਂ ਟਰਮ 2 ਦੀਆਂ ਪ੍ਰੀਖਿਆਵਾਂ ਲੈਣ ਸੰਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਹੈ। 5ਵੀਂ ਸ਼੍ਰੇਣੀ ਦੀ ਟਰਮ 2 ਦੀ ਪ੍ਰੀਖਿਆ 15 ਮਾਰਚ ਤੋਂ 23 ਮਾਰਚ ਤੱਕ ਹੋਏਗੀ। 8ਵੀਂ ਸ਼੍ਰੇਣੀ ਦੀ ਦੂਸਰੀ ਟਰਮ ਦੀ ਪ੍ਰੀਖਿਆ 7 ਅਪ੍ਰੈਲ ਤੋਂ 22 ਅਪ੍ਰੈਲ ਤੱਕ, 10ਵੀਂ ਜਮਾਤ ਦੇ ਪੇਪਰ 25 ਅਪ੍ਰੈਲ ਤੋਂ 12 ਮਈ ਤੱਕ ਅਤੇ 12ਵੀਂ ਜਮਾਤ ਦੇ ਟਰਮ 2 ਦੇ ਪੇਪਰ 7 ਅਪ੍ਰੈਲ ਤੋਂ 12 ਮਈ ਤੱਕ ਹੋਣਗੇ। ਸੋ ਸਾਰੇ ਤੁਸੀਂ ਆਪਣੀਆਂ ਪੇਪਰਾਂ ਦੀਆਂ ਤਰੀਕਾਂ ਨੋਟ ਕਰ ਸਕਦੇ ਹੋ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰਿਤ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਹੋਰ ਜਾਣਕਾਰੀ ਵੀ ਲੈ ਸਕਦੇ ਹੋ। ਡੇਟ ਸ਼ੀਟ ਹੈ ਜਿਹੜੀ ਉਹ ਜਦੋਂ ਆ ਜਾਏਗੀ ਉਹਦੀ ਜਾਣਕਾਰੀ ਵੀ ਤੁਹਾਨੂੰ ਦਿੱਤੀ ਜਾਏਗੀ। 5 ਜਨਵਰੀ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ ਸੀ ਤਾਂ ਉਹਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਫੀ ਉਲਾਮੇ ਭੇਜੇ ਸੀ, ਵੱਡਾ ਉਲਾਮਾ ਭੇਜਿਆ ਸੀ ਜਿਸ ਦੀ ਦੇਸ਼ ਪੱਧਰ ਤੇ ਚਰਚਾ ਹੋਈ ਸੀ। ਪਰ ਹੁਣ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਨੇ। ਚੰਨੀ ਦੀ ਚੰਗੀ ਸਿਹਤ ਤੇ ਲੰਮੀ ਉਮਰ ਦੀ ਕਾਮਨਾ ਕੀਤੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜਨਮ 1 ਮਾਰਚ 1963 ਨੂੰ ਹੋਇਆ ਸੀ। 59 ਸਾਲਾਂ ਦੇ ਹੋ ਗਏ ਨੇ ਚਰਨਜੀਤ ਸਿੰਘ ਚੰਨੀ। 27ਵੇਂ ਮੁੱਖ ਮੰਤਰੀ ਵਜੋਂ 19 ਸਤੰਬਰ 2021 ਨੂੰ ਸਹੁੰ ਚੁੱਕੀ ਸੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਦ ਖਾਲਸ ਟੀਵੀ ਤੇ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਧੰਨਵਾਦ।